सात संगत के अंचल लाओ, बिखम नदी जाए तरनी। सतनाम वाहिगुरु साहिब जियो। आप उपदेसै समझया, आपे रचया सब कैसा। आप उपदेसै समझया, आपे रचया सब कैसा। आप कीनो आपन विस्तार, सब कछ उसका ओ करने हार। उसते बिन कहो किछ होए, थान थनंतर एकै सोए। अपने चलत आप करने हार, कौतुक करे रंग आपार। मन महे आप मने अपने माहे, नानक कीमत कहन ना जाए। सत 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 प्रभु स्वामी, गुरु प्रसाद किने बखियानी। सच 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 सब कीना, कोट मधे किने बिरले चीना। भला 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 तेरा रूप, अत सुंदर अपार अनूप। निर्मल 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 तेरी बाणी, कट कट सुनी सरवण बखियानी। पवित्र 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 पुनीत, नाम जपै नानक मन प्रीत। पवित्र 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 पुनीत, नाम जपै नानक मन प्रीत। वाहिगुरु जी का खालसा, वाहिगुरु जी की फतेह। परम सम्मान सत्कार योग धन गुरुदेव गुरु ग्रंथ साहिब जी संध्या समय जो जिन्हें शरीर गुरु के हजूर हाजिर होया अहो भागता है। जो मुसलसल बाणी का व्याख्यान होंगे शाम के दीवान चकौड़ी सुखमनी साहिब की रचना व्याख्या गुजरे है। गुरु अर्जन साहिब बाणी के उच्चारण करता ने एक वड्डे पड़ाव के बाणी बड़ी सरल और काफ़ी हद तक साडे बहुत सारे लोगों कंठ रूप जानी जा सकती है। जो वचन आपने सरवण किए 12 नंबर अष्टपदी के 7 के 8 नंबर पता है। गुरबाणी सारी काव्यमयी रचना है, पोइट्री बेस्ड ये संदेश है साडे लिए, क्योंकि ये रूहानी वलवलियां चो निकले है। कोई वो बाणीकार जिहड़े आत्मक तौर पर उस परम हस्ती अकाल पुरख वाहिगुरू दे नाल सुरत उन्हां दी अलाइन होंदी है। उहदे दरमियान उन्हां दे विचों सच दे उपदेश दा झरना फुटदा है ते फिर वो बहुतायत राग सहित साज सुर ते ताल बह ताल सहित उस सारे के सारे उपदेश नूं साडे सामने उकेरदे ने। बाद दे विच अखरबद्ध हो के पोथी ते ग्रंथ तो फिर गुरु ग्रंथ साहिब के रूप के तामीलियत प्राप्त करते हुए ये संदेश सानू प्राप्त होता है। मैं सारे का कहने का मायना यो है क्योंकि काव्यमयी है, इस करके ये पिछे जो भाव है उन्हें समझने ते एहसासन वास्ते असीं अपनी वध तो वध यत्नशीलता कर सकते हैं। बाकी जो सही रूप दे विच है उत्ते गुरु महाराज की बरकत ते बख्शिश आप जानते हैं किस एहसास से आमद लै रही है। हाँ
ਅਸੀਂ ਟੈਕਨੀਕਲੀ ਲਫ਼ਜ਼ਾਂ ਨੂੰ ਫੜ ਕੇ ਉਹਦੇ ਭਾਵ ਨੂੰ, ਉਹਦੇ ਖਾਸ ਕਰਕੇ ਕੰਟੈਂਟ ਤੇ ਕੰਟੈਕਸਟ ਦੋਵਾਂ ਨੂੰ ਵੇਖਦਿਆਂ ਹੋਇਆਂ ਜੋ ਸਾਡੇ ਲਈ ਉਹਦੇ 'ਚ ਟੀਚਿੰਗਸ ਨੇ, ਜੋ ਸਾਡੇ ਲਈ ਸਿੱਖਿਆਵਾਂ ਨੇ, ਉਹਨਾਂ ਨੂੰ ਅਸੀਂ ਮੰਨਣ ਦਾ ਤੇ ਜਾਣਨ ਦਾ ਯਤਨ ਕਰਦੇ ਹਾਂ। ਬਚਨ ਹੈ ਥੋੜਾ ਮਹਿੰਗਾ ਹੈ, ਸਭ ਜ਼ਿਕਰ ਕਰ ਰਹੇ ਸੀਗੇ। ਆਪ ਉਪਦੇਸ਼ੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਉਪਦੇਸ਼ੈ ਸਮਝੈ ਆਪ, ਇਹਦੇ ਥੋੜਾ ਜਿਹਾ ਅਸੀਂ ਪਿਛੋਕੜੇ ਚਲੇ ਜਾਈਏ। ਭਾਰਤੀ ਪ੍ਰਪਾਟੀ ਦੇ ਵਿੱਚ ਗੁਰੂ ਚੇਲੇ ਦੀ ਹੀ ਪ੍ਰਪਾਟੀ ਰਹੀ ਹੈ। ਤੇ ਜੇ ਰਿਹਾ ਕਿ ਇੱਕ ਗੁਰੂ ਹੁੰਦਾ ਫਿਰ ਉਹ ਚੇਲਾ ਬਣਾਉਂਦਾ ਹੈ ਤੇ ਫਿਰ ਆਪਣਾ ਕੋਈ ਸੰਦੇਸ਼ ਉਹਨੂੰ ਦਿੰਦਾ ਹੈ। ਇਹਦੇ 'ਚ ਕਦੀ ਕਿਸੇ ਨੇ ਨਹੀਂ ਦੇਖਿਆ ਕਿ ਜਿਹੜਾ ਚੇਲਾ ਹੈ ਉਹ ਕਦੇ ਗੁਰੂ ਬਣ ਗਿਆ। ਚੇਲਾ ਚੇਲਾ ਹੀ ਰਿਹਾ, ਗੁਰੂ ਗੁਰੂ ਰਿਹਾ। ਇਹ ਲਗਾਤਾਰ ਪ੍ਰਪਾਟੀ ਚੱਲੀ ਆ ਰਹੀ ਸੀ। ਸਾਰੇ ਨੂੰ ਤੋੜ ਦਿੱਤਾ, ਸਭ ਕਹਿੰਦੇ ਨਹੀਂ। ਹਕੀਕਤ ਦੇ ਵਿੱਚ ਜੇ ਕੋਈ ਸਿੱਖਿਆ ਲੈਣ ਵਾਲਾ ਹੋਏ ਤੇ ਸਿੱਖਿਆ ਦੇਣ ਵਾਲਾ ਸਹੀ ਹੋਏ, ਦੋਵੇਂ ਇੱਕ ਮੁਕਾਮ ਤੇ ਆ ਕੇ ਇੱਕ ਪੜਾਅ 'ਚ ਹੋ ਜਾਂਦੇ ਨੇ। ਇਹ ਸਹੀ ਰੂਪ ਸਾਡੇ ਸਾਹਮਣੇ ਜ਼ਾਹਰ ਹੋਇਆ। ਭਾਈ ਲਹਿਣਾ ਜੀ ਆਏ, ਗੁਰੂ ਮਹਾਰਾਜ ਨੂੰ ਐਸੀ ਆਤਮ ਸਾਖਤਾ ਬਣੀ, ਐਸਾ ਆਤਮਕ ਸਾਂਝ ਬਣੀ। ਕਰਦਿਆਂ ਕਰਦਿਆਂ ਇੱਕ ਦਿਨ ਜੋਤ ਬੂਹਾ ਜੁਗਤ ਸਾਰੇ ਇੱਕੋ ਜੋਤ ਹੋ ਗਏ, ਇੱਕ ਰੂਪ ਹੋ ਗਏ। ਇੱਥੋਂ ਜਿਹੜਾ ਅਹਿਸਾਸ ਆਇਆ ਕਿ ਜੋ ਉਹਦਾ ਆਪਣਾ ਰੂਪ ਹੈ, ਜੋ ਆਪਣਾ ਵਜੂਦ ਹੈ ਕਰਤਾਰ ਦਾ, ਉਹਦੇ ਨਾਲ ਕੋਈ ਬਸ਼ਰ, ਕੋਈ ਇਨਸਾਨ ਆਤਮਸਾਤ ਹੋ ਸਕਦਾ ਹੈ। ਗੁਰੂ ਨਾਲ ਹੋਇਆ ਜਾ ਸਕਦਾ ਹੈ, ਰੱਬ ਜੀ ਨਾਲ ਵੀ ਹੋਇਆ ਜਾ ਸਕਦਾ ਹੈ। ਮੈਂ ਤੁਸੀਂ ਥੋੜਾ ਜਿਹਾ ਹੋਰ ਰੰਗ ਦੇਖੋ ਨਾ, ਗੁਰੂ ਰਾਮਦਾਸ ਮਹਾਰਾਜ ਦਾ ਇੱਕ ਸ਼ਬਦ ਆਪ ਕਦੀ ਪੜ੍ਹਦੇ ਸੁਣਦੇ, ਹੁਕਮਨਾਮੇ ਤੇ ਰੂਪ ਸ਼ਰੀਆ ਕਿਤੇ ਵੇਰਵਾ ਦਿੱਤਾ ਹੋਇਆ ਉਹਦਾ। ਉਹ ਜ਼ਿਕਰ ਹੁੰਦਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਉਪਦੇਸ਼ ਹੈ, ਸੂਈ ਭਲ ਮੰਨ। ਠੀਕ ਹੈ, ਗੁਰੂ ਨੇ ਕਿਹਾ ਮੈਂ ਭਲਾ ਕਰਕੇ ਮੰਨ ਲਿਆ, ਐਜ਼ ਇਟ ਇਜ਼ ਅਡਾਪਟ ਕਰ ਲਿਆ, ਕੁਐਸਚਨ ਕੋਈ ਨਹੀਂ ਕੀਤਾ। ਗੁਰੂ ਨੇ ਕਿਹਾ ਵੀ ਆਹ ਚੀਜ਼ ਹੈ, ਮੈਂ ਕਿਹਾ ਜਿਓ ਜੀ ਮੇਰੇ ਵਾਸਤੇ, ਮੇਰੇ ਖੈਰ ਮਕਦਮ ਹੈ, ਮੈਂ ਇਹਨੂੰ ਵੈਲਕਮ ਕਹਿਣਾ ਹਾਂ, ਮੈਂ ਇਹਨੂੰ ਐਜ਼ ਇਟ ਇਜ਼ ਅਡਾਪਟ ਕਰਦਾ ਹਾਂ। ਮਹਾਰਾਜ ਕਹਿੰਦੇ ਜੋ ਗੁਰ ਕਹੇ ਸੂਈ ਭਲ ਮੰਨ। ਹੋਇਆ ਕਿ ਹਰ ਹਰ ਕਥਾ ਨਿਰਾਲੀ, ਇੱਕ ਨਿਰਾਲੀ ਦੁਨੀਆ ਸਾਹਮਣੇ ਆ। ਉਹ ਨਿਰਾਲੀ ਦੁਨੀਆ ਕੈਸੀ ਸੀਗੀ, ਅੱਗੇ ਜਾ ਕੇ ਉਹਦੇ ਬੜੇ ਵੇਰਵੇ ਨੇ ਸ਼ਬਦ ਦੇ ਵਿੱਚ ਸਰ ਜ਼ਿਕਰ ਕਰਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ। ਇਹ ਮਦਰ ਨੇਚਰ ਦਾ ਲਾਹਾ ਹੈ, ਕਾਸਮਿਕ ਕਾਨੂੰਨ ਹੈ। ਉਹਦੇ 'ਚ ਇਹ ਹੈ ਕਿ ਜਿਹੋ ਜਿਹਾ ਅਸੀਂ ਬੀਜਾਂਗੇ ਉਹੋ ਜਿਹਾ ਅਸੀਂ ਵੱਢਾਂਗੇ। ਸਪੋਜ਼ ਕਰੋ ਅਸੀਂ, ਮੈਂ ਕਈ ਵਾਰੀ ਬੇਨਤੀ ਕਰਦਾ ਕਿ ਝੋਨਾ ਬੀਜਿਆ ਹੈ, ਕਣਕ ਨਹੀਂ ਵੱਢਾਂਗੇ, ਝੋਨਾ ਹੀ ਵੱਢਾਂਗੇ। ਕਣਕ ਦੀ ਵੀ ਜਿਹੜੀ ਵੈਰਾਈਟੀ ਬੀਜੀ, ਜਿਹੜੀ ਵਣਗੀ ਬੀਜੀ ਹੈ, ਉਹੀ ਵੱਢਾਂਗੇ, ਦੂਸਰੀ ਨਹੀਂ ਵੱਢਾਂਗੇ। ਇਹ ਨਿਜ਼ਾਮ ਹੈ ਮਦਰ ਨੇਚਰ ਦਾ। ਕਣਕ ਬੀਜ ਕੇ ਕੋਈ ਜੌਂ ਥੋੜਾ ਵੱਢੇਗਾ, ਸਰੋਂ ਬੀਜ ਕੇ ਕੋਈ ਜਿਹੜਾ ਹੈ ਕੋਈ ਹੋਰ ਕੋਈ ਫਸਲ ਥੋੜਾ ਵੱਢ ਲਏਗਾ। ਵੱਢੇਗਾ ਤੇ ਉਹਦੀ ਜਿਹੜੀ ਚੀਜ਼ ਬੀਜੀ ਹੈ। ਇਨ ਸਾਡੇ ਜੀਵਨ ਦੇ ਵਿੱਚ ਜੋ ਅਸੀਂ ਬੀਜਦੇ ਹਾਂ, ਬੀਜਣਾ ਕਿਸ ਰੂਪ ਦੇ ਵਿੱਚ ਹੈ? ਦੇਖੋ ਜੀਵਨ ਖੁਰਾਕ ਤੇ ਹੈ। ਅੱਜ ਇੱਕ ਬਹੁਤ ਵੱਡੇ ਸਾਡੀ ਕਮਿਊਨਿਟੀ ਦੇ ਸੱਜਣ ਸੀਗੇ, एनवायरमेंट बारे बहुत बड़ी गहरी इनफॉर्मेशन रखते हैं। बुजुर्गवार के मजदूरी मिले भी नहीं, इन्नी इनफॉर्मेशन होनी बहुत औखा होता है। मैं हैरान हो गया भी इतनी ज़्यादा कोपनहेगन तक लेटेस्ट जितनियाँ उन्होंने हुई ने समिट्स से कन्वेंशन वगैरह, उन्होंने सारे के बारे डिटेल्स ली, उन्होंने डिटेल्स मैंने दित्तियां सारियां सारियां। मैं क्या बहुत घट है, नहीं तो असीं इन्ना पढ़ी इन्ना ज़्यादा यतन करीदा भी इनफॉर्मेशन कलैक्ट करने की, पर इसके बावजूद भी उन्होंने इनफॉर्मेशन बड़ी एक्यूरेट लगी, बड़ी एक्यूरेट है, बड़ी एग्जैक्टली जी है, बड़ी इनफॉर्मेटिव लैवल तो उन्होंने बड़े सोहनियां बातां कीतियां। ये सारी बात हो रही। फिर उन्हें एक गल दसी, वो कहते भी मैं पंजाब में कोई हाल वेख के आया हाँ। हुण देखो पानी पोल्यूट हो गया, धरती कंटैमिनेट हो गई, सारे कोई हाल हवा का कोई हज नहीं। ਜਿਹੜੀਆਂ ਹਸਤੀਆਂ, ਜਿਹੜਾ ਇੱਕ ਐਲੀਟ ਹੈ, ਜਿਹੜੇ ਆਪਣੇ ਆਪ ਨੂੰ VVIP ਅਖਵਾਉਂਦੇ ਨੇ, ਜਿਨ੍ਹਾਂ ਦੇ ਵਿੱਚ IPS ਨੇ, IES ਨੇ, IFS ਨੇ, ਕੁਝ ਹੋਰ ਬਿਊਰੋਕਰੇਟਸ ਨੇ, ਕੁਝ ਬਿਜ਼ਨਸ ਕਮਿਊਨਿਟੀ ਹੈ, ਕੁਝ ਲੀਡਰਸ਼ਿਪ ਨਾਲ ਰਿਲੇਟਡ ਕਮਿਊਨਿਟੀ ਹੈ, ਉਹ ਸਾਰੇ ਦੀ ਸਾਰੀ ਬਹੁਤਾਇਤ ਤੇ ਚੰਡੀਗੜ੍ਹ, ਮੋਹਾਲੀ ਇਹੋ ਜਿਹੇ ਸ਼ਹਿਰਾਂ ਵਿੱਚ ਚੰਗੀ ਚੰਗੀ ਜਗ੍ਹਾ ਤੇ ਪੌਸ਼ ਏਰੀਆ ਜਗ੍ਹਾ ਲਈਆਂ। ਫਿਰ ਆਲੇ ਦੁਆਲੇ ਕੋਈ 5-5, 7-7 ਏਕੜ ਜ਼ਮੀਨ ਲਈ ਥੋੜ੍ਹੀ ਥੋੜ੍ਹੀ ਦੂਰ, ਉੱਥੇ ਨੌਕਰ ਰੱਖਿਆ ਇੱਕ ਦੋ ਔਰਗੈਨਿਕ ਬੀਜਣਾ, ਕੋਈ ਖਾਦ ਦਵਾਈ ਪ੍ਰੋਡਿਊਸ ਨਹੀਂ ਕਰਨੀ। ਉੱਥੇ ਮੱਝਾਂ ਰੱਖੀਆਂ ਨੇ, ਗਾਈਆਂ ਰੱਖੀਆਂ ਨੇ, ਕਿ ਜਦੋਂ ਉੱਥੋਂ ਦੁੱਧ ਪੈਦਾ ਹੁੰਦਾ ਉਹ ਲੈ ਕੇ ਆਉਂਦੇ, ਆਪਣੇ ਬੱਚਿਆਂ ਨੂੰ ਬਿਲਕੁਲ ਉਹੀ ਖਵਾਉਣਾ ਉਸ ਰੂਪ ਦੇ। ਮੈਂ ਕਿਹਾ ਉਹ ਤਾਂ ਗੱਲ ਬਿਲਕੁਲ ਠੀਕ ਹੈ ਕਿ ਕੋਈ ਜਿਹੜਾ ਹੈ ਕਿਸੇ ਕਿਸਮ ਦੇ ਨਾਲ ਕੈਮੀਕਲੀ ਕੰਟੈਮੀਨੇਟ ਨਾ ਹੋਏ, ਉਸ ਚੀਜ਼ ਤੋਂ ਸਾਰੇ ਤੋਂ ਬਚਾ ਕੇ ਰੱਖੇ। ਮੈਂ ਬਹੁਤਾ ਲੰਬਾ ਸਮਾਂ ਨਹੀਂ ਚੱਲੇਗਾ, ਹਵਾ ਕਿੱਥੋਂ ਲਿਆਉਣਗੇ? ਉਹ ਕਹਿੰਦੇ ਉਹਦਾ ਇੰਤਜ਼ਾਮ ਕਰ ਰਹੇ।
ਉਹ ਅਸਲ 'ਚ ਕੰਪਨੀ ਹੈ ਜਿਹੜੀ ਬੜੇ ਵੱਡੇ ਲੈਵਲ ਤੇ ਇਹਦੇ ਬਾਰੇ ਕੰਮ ਕਰ ਰਹੀ ਹੈ ਵੀ ਇੱਕ ਪੂਰੇ ਘਰ ਦੇ ਵਿੱਚ ਇੱਕ ਜਿਹੜਾ ਹੈ ਜਿਵੇਂ ਵਾਟਰ ਪਿਊਰੀਫਾਈ ਲਾਇਆ ਹੁੰਦਾ ਹੈ 에ਅਰ ਪਿਊਰੀਫਾਈ ਲਾਤਾ ਹੈ ਇੱਕ ਪਾਸੇ ਨੌਕਰ ਰੱਖਣ ਨੂੰ ਬਾਹਰ ਅੰਦਰ ਜਾਣ ਆਪ ਅੰਦਰ ਹੀ ਗਈ ਬਿਲਕੁਲ ਮਤਲਬ ਲੀਡ ਹੈ ਨਾ ਉਹ ਕਹਿੰਦਾ ਵੀ ਬਸ ਜੋ ਗੰਦ ਪੈਂਦਾ ਪਈ ਜਾ ਹੋ ਕੇ ਮਰਦੇ ਲੋਕ ਮਰਨ ਅਸੀਂ ਨਹੀਂ ਮਰਨੇ ਚਾਹੀਦੇ ਅਸੀਂ ਬਚਣਾ ਫਿਰ ਇਹ ਵੀ ਸੋਚ ਹੈ ਕਿਤੇ ਨਾ ਕਿਤੇ ਵੀ ਇਹ ਦੁਨੀਆ ਕਿਤੇ ਰਹਿਣ ਦੇ ਕਾਬਿਲ ਨਹੀਂ ਰਹਿਣੀ ਬਿਲਕੁਲ ਇੱਥੇ ਜਿਹੜਾ ਹੈ ਪੋਲਿਊਸ਼ਨ ਫੈਲ ਜਾਣਾ ਸਭ ਕੁਝ ਤੇ ਅਸੀਂ ਉਨੀ ਦੇਰ ਤੱਕ ਮਾਰਕਸ ਵਗੈਰਾ ਤੇ ਘੁਸਾ ਲੈਣੇ ਕਲੋਨੀ ਤੇ ਅਸੀਂ ਚੁੱਪ ਕਰਕੇ ਜਹਾਜ਼ੇ ਬੈਠ ਤੇ ਜਾ ਕੇ ਉੱਥੇ ਜਿਹੜਾ ਫਲਾਈਟ ਤਿਆਰ ਹੋਣੀ ਸਾਡੇ ਵਾਸਤੇ ਅਸੀਂ ਜਾ ਰਹੇ ਬੰਦੇ ਦੀ ਸੋਚ ਆ ਬੰਦਾ ਅਹਿਸਾਸ ਹੀ ਨਹੀਂ ਕਰਦਾ ਕਿ ਯਾਦ ਰੱਖ ਜਿਹੜਾ ਤੂੰ ਬੀਜ ਰਿਹਾ ਜਿਹੜਾ ਤੂੰ ਕਰ ਰਿਹਾ ਕਿਸੇ ਹੋਰ ਨੇ ਨਹੀਂ ਵੱਢਣਾ ਤੂੰ ਆਪ ਹੀ ਵੱਢਣਾ ਲੇਟਰਲ ਸੁਣ ਰਹੇ ਸਾਰਾ ਸਾਡੇ ਤੇ ਜਿਹੜਾ ਹੈ ਇਹਦਾ ਜਿਹੜਾ ਚੰਗਾ ਜਾਂ ਮਾੜਾ ਪ੍ਰਭਾਵ ਪੈਣਾ ਸੀ ਇਹ ਸਾਰੇ ਇੰਪੈਕਟਸ ਮੈਨੂੰ ਸਾਰੇ ਜਿਹੜਾ ਹੈ ਇਹਨਾਂ ਨੂੰ ਆਪਣੇ ਜੀਵਨ ਤੇ ਮਹਿਸੂਸ ਕਰਨਾ ਹੈ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀਗਾ ਕੁਝ ਹੋਇਆ ਇਹ ਕਿ ਬੰਦਾ ਸੋਚਦਾ ਕਿ ਜਿਹੜਾ ਕੰਟੈਮੀਨੇਟ ਕੀਤਾ ਹੋਇਆ ਫੂਡ ਹੈ ਉਹ ਜਿਹਨੂੰ ਕੈਮੀਕਲ ਐਕਸਪੋਜ਼ਰ ਮਿਲ ਗਿਆ ਉਹ ਚੀਜ਼ ਨਾ ਖਾਵਾਂ ਉਹ ਹੋਏਗਾ ਕਿ ਮੇਰੀ ਬੋਡੀ 'ਚ ਕੈਂਸਰ ਡਿਵੈਲਪ ਕਰੇਗਾ ਕੋਈ ਹੋਰ ਬਿਮਾਰੀ ਪੈਦਾ ਕਰੇਗਾ ਮੇਰੇ ਲੰਗਸ ਖਰਾਬ ਕਰੇਗਾ ਇਸ ਰੂਪ ਵਿੱਚ ਬੰਦਾ ਬੜਾ ਇਹਦੇ ਪ੍ਰਤੀ ਸੁਚੇਤ ਹੈ ਬੜਾ ਚੇਤਨ ਹੈ ਬਿਲਕੁਲ ਠੀਕ ਗੱਲ ਹੈ ਬਾਇਓਲੋਜੀਕਲ ਸਿਸਟਮ ਇਹਨੂੰ ਠੀਕ ਰੱਖਣਾ ਚਾਹੀਦਾ ਹੈ ਪਰ ਇਹ ਤੇ ਬਾਇਓਲੋਜੀਕਲ ਸਿਸਟਮ ਜਿਹੜਾ ਹੈ ਆਰ ਖੁਰਾਕ ਖਾ ਕੇ ਹੋ ਸਕਦਾ 2 ਸਾਲ ਨੂੰ ਖਰਾਬ ਹੋਵੇ 4 ਸਾਲ ਨੂੰ 10 ਸਾਲ ਤੇ ਲਏਗਾ ਨਹੀਂ ਜੇ ਕੋਈ ਚੰਗਾ ਹਰਸ਼ ਪੁਸ਼ਟ ਸਰੀਰ ਹੈ ਵੀ ਥੋੜਾ ਕਿਤੇ ਕੰਟੈਮੀਨੇਟ ਕੋਈ ਚੀਜ਼ ਆਈ ਸੱਚਾਈ ਇਹ ਹੈ ਜਿਹੜੀ ਬੰਦੇ ਦੀ ਸੁਰਤ ਹੈ ਨਾ ਕਿਤੇ ਖਿਆਲਾਂ ਦਾ ਥੋੜਾ ਜਿਹਾ ਮਾੜਾ ਜਿਹਾ ਬੀਜ ਬੀਜਿਆ ਤੇ ਓਵਰਨਾਈਟ ਖਰਾਬ ਹੋ ਜਾਂਦਾ ਓਵਰਨਾਈਟ ਨਹੀਂ ਲੱਗਦੀ ਇੱਕੋ ਝਟਕੇ ਚ ਬੰਦਾ ਉਹਨੂੰ ਫਿਲਟਰ ਨਹੀਂ ਕਰਦਾ ਉਹਦੇ ਬਾਰੇ ਕੋਈ ਅਵੇਅਰਨੈਸ ਨਹੀਂ ਵੀ ਮੈਂ ਉਹ ਉੱਥੇ ਕਿਹੜੀ ਚੀਜ਼ ਬੀਜਣੀ ਹੈ ਉਹ ਸੋਚ ਰਿਹਾ ਕਿ ਆਰਗੈਨਿਕ ਬੀਜ ਕੇ ਵੱਢ ਕੇ ਖਾ ਲਵਾਂਗਾ ਸਰੀਰ ਠੀਕ ਰਹੇਗਾ ਸਭ ਕੁਝ ਭਾਈ ਰੱਬ ਦੀ ਜਿਹੜਾ ਤੂੰ ਸਾਰਾ ਮਾੜੇ ਥਾਟਸ ਆਫ ਅੰਦਰ ਬੀਜੇ ਮਾੜੇ ਖਿਆਲ ਬੀਜੇ ਇਹਨੂੰ ਸਭ ਨੇ ਕਿਹਾ ਜੇ ਹਾਂ ਬੀਜੈ ਸੋ ਲੁਣਨ ਦਾ ਮਤਲਬ ਹੁੰਦਾ ਦਾਤਰੀ ਨਾਲ ਮਿਣ ਕੇ ਚੀਜ਼ਾਂ ਵੱਢਣੀਆਂ ਪੁਰਾਣੇ ਸਮੇਂ ਲੋਕੀ ਆਪ ਵੱਢਦੇ ਹੁੰਦੇ ਸੀ ਫਸਲਾਂ ਕਾਮੇ ਕੁਮੇ ਤੇ ਕਿੱਥੇ ਹੁੰਦੇ ਸੀ ਸਾਰੇ ਸੀਰੀ ਹੁੰਦੇ ਸੀ ਉਹ ਆਪੇ ਵੱਢਣੀਆਂ ਹੁੰਦੀਆਂ ਸਨ ਫਿਰ ਪਰਿਵਾਰਾਂ 'ਚ ਮਿਣਿਆ ਹੁੰਦਾ ਸੀ ਥਾਂ ਵੀ ਆਹ ਕਿਆਰਾ ਤੂੰ ਵੱਢਣਾ ਆਹ ਤੂੰ ਵੱਢਣਾ ਆਹ ਤੂੰ ਇਸ ਰੂਪ ਦੇ ਵਿੱਚ ਜੋ ਕੁਝ ਆਪ ਜਿਹੜਾ ਬੀਜਿਆ ਹੈ ਕਿਉਂਕਿ ਜੇ ਵੀ ਰਿਹਾ ਬਹੁਤੇ ਲੋਕੀ ਬਹੁਤੀ ਫਸਲ ਨਹੀਂ ਸੀ ਬੀਜਦੇ ਬਹੁਤੀ ਬੀਜੀ ਤੇ ਬਹੁਤੀ ਵੱਢਣੀ ਪਏਗੀ ਉਨੀ ਕੀ ਬੀਜੋ ਜਿੰਨੀ ਕੁ ਵੱਢਣੀ ਪਏ ਸਾਹਮਣੇ ਸਰਕਾਰੀ ਦੇਦਾ ਸਭ ਜ਼ਿਕਰ ਕਰਦੇ ਜੇ ਹਾਂ ਬੀਜਿਆ ਜਿਹੋ ਜਿਹਾ ਜਿਤਨਾ ਬੀਜਿਆ ਨਾ ਉਨਾ ਹੀ ਤੈਨੂੰ ਲੁੜ ਕੇ ਦੇਣਾ ਪਏਗਾ ਉਨਾ ਹੀ ਤੈਨੂੰ ਮਿਣ ਕੇ ਦੇ ਦਿੱਤਾ ਜਾਏਗਾ ਪਿਲਾ ਪੈਸੇ ਜਦੋਂ ਤੂੰ ਆਪ ਵੱਢਣਾ ਹੈ ਜੇ ਹਾਂ ਬੀਜੇ ਸੋ ਲੁਣਾ ਕਰਮਾ ਸੰਧੜਾ ਖੇਤ ਸੰਸਾਰ ਕਰਮਾ ਸੰਧੜਾ ਖੇਤ ਹੈ ਐਸਾ ਇਹਦੇ ਵਿੱਚ ਜੋ ਚੀਜ਼ ਮੈਂ ਆਪਣੇ ਜ਼ਿਹਨ ਵਿੱਚ ਬੀਜ ਰਿਹਾ ਹਾਂ ਸਪੋਜ਼ ਕਰੋ ਜਿਹੜੀਆਂ ਗੱਲਾਂ ਮੈਂ ਸਵੇਰ ਤੋਂ ਸ਼ਾਮ ਤੱਕ ਅੱਖਾਂ ਨਾਲ ਪੜ੍ਹਦਾ ਹਾਂ ਮੈਂ ਮਤ ਜਾਣਾ ਪੜ੍ਹ ਕੇ ਛੱਡ ਦਿੱਤੀਆਂ ਬੀਜੀਆਂ ਗਈਆਂ ਮੇਰੇ ਅੰਦਰ ਜਿਹੜੀਆਂ ਮੈਂ ਚੀਜ਼ਾਂ ਕੰਨਾਂ ਨਾਲ ਸੁਣੀਆਂ ਮਤ ਜਾਣਾ ਮੈਂ ਸੁਣ ਕੇ ਤਿਆਗ ਦਿੱਤੀਆਂ ਮੇਰੇ ਅੰਦਰ ਚਲੀਆਂ ਗਈਆਂ ਈਵਨ ਇੱਥੇ ਹੀ ਬਸ ਨਹੀਂ ਹੁਣ ਤੇ ਇੱਥੋਂ ਤੱਕ ਮੰਨਿਆ ਜਾਂਦਾ ਕਿ ਜਿਵੇਂ ਸਾਈਕੋਲੋਜੀਕਲੀ ਪ੍ਰੂਵ ਹੋ ਚੁੱਕਾ ਹੈ ਬੱਚਾ ਹੈ ਅਜੇ ਉਹਦੀ ਆਮਦ ਨਹੀਂ ਹੋਈ ਧਰਤੀ ਤੇ ਅਜੇ ਉਹ ਐਜ਼ ਅ ਫੀਟਸ ਦੇ ਤੌਰ ਤੇ ਵਿਚਰ ਰਿਹਾ ਹੈ ਪਰਿਵਾਰ ਦੇ ਅੰਦਰ ਉਹਦੀ ਆਮਦ ਹੋ ਗਈ ਅਸੀਂ ਮੰਨਿਆ ਜਾਂਦਾ ਹੈ ਜਦੋਂ ਬੱਚੇ ਦੀ ਸਾਈਕੋਲੋਜੀਕਲ ਲੈਵਲ ਤੋਂ ਹਿਸਟਰੀ ਚੈੱਕ ਕਰਦੇ ਨੇ ਉਦੋਂ ਤੋਂ ਚੈੱਕ ਕਰਦੇ ਨੇ ਜਦੋਂ ਉਹਦੀ ਆਮਦ ਦੇ ਅਸਾਰ ਬਣਦੇ ਨੇ ਜਦੋਂ ਉਹਦਾ ਕਨਸੀਵਿੰਗ ਰੋਲ ਬਣਦਾ ਹੈ ਸਿਰਫ ਉਸੇ ਲੈਵਲ ਤੇ ਉਹਨੂੰ ਮੰਨ ਲਿਆ ਕਿ ਉਦੋਂ ਪਰਿਵਾਰ ਦਾ এনवायरमेंट ਕੈਸਾ ਸੀ ਉਹਦਾ এনवायरमेंट ਕੀ ਹੈ ਘਰ ਵਿੱਚ ਕਲਾ ਕਲੇਸ਼ ਸੀ ਮਾਂ ਦੁਖੀ ਰਹਿੰਦੀ ਸੀ ਆਲੇ ਦੁਆਲੇ ਮਾਹੌਲ ਚੰਗਾ ਨਹੀਂ ਸੀ ਤੰਗੀ ਤੁਰਸੀ ਸੀ ਸਭ ਉਹ ਕਹਿੰਦੇ ਬਸ ਛੱਡੋ ਬੱਚੇ ਤੇ ਉਹ ਸਾਰਾ ਸਾਈਕੋਲੋਜੀਕਲੀ ਪ੍ਰਭਾਵ ਪੈ ਗਿਆ ਉਹਦੀ ਸਾਈਕੀ ਜਿਵੇਂ ਜਿਵੇਂ ਡਿਵੈਲਪ ਹੁੰਦੀ ਗਈ ਜਿਵੇਂ ਜਿਵੇਂ ਉਹਦਾ ਜਿਹੜਾ ਅੰਦਰਲਾ ਨਿਊਰੋ ਸਿਸਟਮ ਉਹ ਇਜਾਦ ਹੁੰਦਾ ਗਿਆ ਉਹਦੇ ਚੋਂ ਸਾਰੀਆਂ ਚੀਜ਼ਾਂ ਫਾਈਬਰ ਜਾਂਦੀਆਂ ਗਈਆਂ ਨਾਲ ਦੀ ਨਾਲ ਫਿਰ ਜਦੋਂ ਬੱਚਾ ਆ ਗਿਆ ਧਰਤੀ ਦੇ ਉੱਤੇ ਹੋਂਦ ਆ ਗਈ ਉਹਦੀ ਉਹ ਪਾਲਣੇ 'ਚ ਖੇਡ ਰਿਹਾ ਘਰ ਦੇ ਵਿੱਚ ਤੁਰਿਆ ਫਿਰਦਾ ਹੈ ਅਸੀਂ ਜੋ ਕੁਝ ਕਹਿ ਰਹੇ ਹਾਂ ਕਰ ਰਹੇ ਹਾਂ ਮਾਹੌਲ ਬਣਾ ਰਹੇ ਹਾਂ ਉਹਨੂੰ ਅਬਜ਼ਰਵ ਕਰ ਰਹੇ ਹਾਂ ਉਸ ਡਾਇਰੈਕਟ ਐਂਡ ਇਨਡਾਇਰੈਕਟ ਉੱਤੇ ਜਿਹੜਾ ਹੈ ਅਸਰਾਰ ਹੋ ਰਿਹਾ ਇਹ ਚੀਜ਼ ਲਗਾਤਾਰ ਅਸਰ ਕਰ ਰਹੀ ਹੈ ਫਿਰ ਉਸ ਤੋਂ ਵੱਡੇ ਪੜਾਅ ਦੇ ਵਿੱਚ ਲੈ ਜਾਓ ਤੁਸੀਂ ਜਦੋਂ 5-7-10 ਸਾਲ ਦਾ ਹੋ ਗਿਆ ਉਦੋਂ ਤਾਂ ਡੈਫੀਨਿਟਲੀ ਅਸਰ ਹੋਏਗਾ ਉਹ ਤੋਂ ਉਸ ਚੀਜ਼ ਦਾ ਅਸਰਾਰ ਹੋਏਗਾ ਮੈਂ ਹੋਰ ਰੰਗ ਤੁਹਾਡੇ ਸਾਹਮਣੇ ਬਿਆਨ ਕਰਦਾ ਮੈਂ ਸਵੇਰੇ ਬੇਨਤੀ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਬਾਬਾ ਸ਼੍ਰੀ ਚੰਦ ਗੁਰਬਾਣੀ ਜਿਸ ਗੱਲ ਦੀ ਗਵਾਹੀ ਬਣਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਅਲਾਉ ਕੀਤਾ ਸੱਤਾ ਤੇ ਬਲਵੰਡ ਡੋਮ ਜੀ ਨੂੰ ਤੁਸੀਂ ਲਿਖ ਸਕਦੇ ਹੋ ਕਿ ਬਾਬਾ ਨਾਨਕ ਜੀ ਦੇ ਪੁੱਤਰ ਹੁੰਦੇ ਆਖੇ ਨਹੀਂ ਲੱਗੇ ਪੁੱਤਰੀ ਕੌਲ ਨਾ ਪਾਲਿਓ ਇਹ ਸੱਚ ਹੈ ਪਰ ਇਹ ਵੀ ਇੱਕ ਹਕੀਕਤ ਹੈ ਬੰਦਾ ਕਹਿੰਦਾ ਫਿਰ এনवायरमेंट ਦਾ ਅਸਰ ਕੀ ਹੋਇਆ ਫਿਰ ਉਹਦਾ ਤੇ ਪ੍ਰਭਾਵ ਕੀ ਪਿਆ ਇਹ ਚੀਜ਼ ਕਿਵੇਂ ਪਈ ਜੇ ਹਾਂ ਬੀਜਿਆ ਸੋ ਲੁਣਾ ਜੋ ਬੀਜਿਆ ਵੱਢਾਂਗੇ ਕਿਤੇ
ਸੁਚੇਤ ਜਾਂ ਕਿਤੇ ਅਚੇਤ ਰੂਪ ਦੇ ਵਿੱਚ। ਜਦੋਂ ਬਾਬੇ ਨਾਲ ਬਹੁਤ ਲੰਮੀ ਚੌੜੀ ਗੱਲਬਾਤ ਹੁੰਦੀ ਹੈ, ਮਾਤਾ ਸੁਲੱਖਣੀ ਜੀ ਦੀ ਮੈਂ ਸਵੇਰੇ ਬੇਨਤੀ ਕਰ ਰਿਹਾ ਸੀਗਾ ਕਿ ਜਿਵੇਂ ਉਹਨਾਂ ਨੇ ਆ ਕੇ ਡਿਫੈਂਡ ਕਰਨ ਦੀ ਟਰਾਈ ਕੀਤੀ ਆਪਣੇ ਬੱਚਿਆਂ ਨੂੰ, ਤੇ ਗੁਰੂ ਨਾਨਕ ਸਾਹਿਬ ਉਹਨਾਂ ਦੀ ਬਾਤ ਬੜੇ ਧਿਆਨ ਨਾਲ ਸੁਣੀ, ਕਿਉਂਕਿ ਬਾਬਾ ਨਾਨਕ ਇੱਕ ਗੁਰੂ ਕਰਕੇ, ਇੱਕ ਸਤਿਗੁਰੂ ਕਰਕੇ, ਉਸ ਪਰਮ ਰੂਹ ਕਰਕੇ, ਮਹਾਂਪੁਰਖ ਹੋਣ ਕਰਕੇ ਪੂਰਾ ਹੈ। ਬਿਲਕੁਲ ਠੀਕ ਹੈ, ਉਹ ਗੁਰੂ ਕਰਕੇ ਪੂਰਾ ਨਹੀਂ, ਉਹ ਬਾਪ ਕਰਕੇ ਵੀ ਪੂਰਾ ਹੈ। ਬਹੁਤ ਉਹਨੇ ਬਾਪ ਦੇ ਰੋਲ 'ਚ ਕੋਈ ਕਿਸੇ ਕਿਸਮ ਦੀ ਉਹਨੇ ਕਿਸੇ ਤਰ੍ਹਾਂ ਦੀ ਉਣਤਾ ਹੀ ਨਹੀਂ ਕੀਤੀ। ਉਹ ਪਤੀ ਦੇ ਰੂਪ ਵਿੱਚ ਵੀ ਪੂਰਾ ਹੈ, ਉਹ ਬੇਟੇ ਦੇ ਰੂਪ ਵਿੱਚ ਵੀ ਪੂਰਾ ਹੈ, ਉਹ ਇੱਕ ਆਮ ਸਮਾਜ ਦੇ ਵਸਨੀਕ ਦੇ ਰੂਪ ਵਿੱਚ ਵੀ ਪੂਰਾ ਹੈ। ਉਹ ਸਾਰੇ ਰੋਲ ਪੂਰੇ ਕਰ ਰਿਹਾ, ਸਾਨੂੰ ਵੀ ਦੱਸ ਰਿਹਾ ਜਿੱਥੇ ਜਿਹੜਾ ਰੋਲ ਬਣਦਾ ਹੈ ਨਾ, ਜੇ ਬਾਪ ਦੇ ਰੂਪ ਵਿੱਚ ਬਣਦਾ ਤੇਰਾ ਰੋਲ ਬਿਲਕੁਲ ਪੂਰਾ ਹੋਣਾ ਚਾਹੀਦਾ, ਬੇਟੇ ਦੇ ਰੂਪ ਵਿੱਚ ਪੂਰਾ ਨਿਭਾ ਆਪਣਾ। ਜੇ ਕਿਸੇ ਸੁਸਾਇਟੀ ਦਾ ਤੂੰ ਸਿਟੀਜ਼ਨ ਹੈ, ਕਿਤੇ ਵਸਨੀਕ ਹੈ, ਉਹਦੇ ਰੂਪ ਵਿੱਚ ਆਪਣਾ ਰੋਲ ਪੂਰਾ ਅਦਾ ਕਰ। ਬਾਬਾ ਜੀ ਨੇ ਪੂਰਾ ਰੋਲ ਅਦਾ ਕੀਤਾ। ਜੇ ਸੁਸਾਇਟੀ ਤੋਂ ਬਿਲੋਂਗ ਕਰਦੇ, ਜੇ ਸੁਸਾਇਟੀ 'ਚ ਰਹਿੰਦੇ ਨੇ, ਉਸ ਸੁਸਾਇਟੀ ਦੇ ਹੱਕਾਂ ਹਕੂਕਾਂ ਵਾਸਤੇ ਜਾਨ ਹਲੂਲ ਦਿੰਦੇ ਨੇ ਆਪਣੇ। ਤੁਸੀਂ ਦੇਖੋ ਬਾਬਰ ਵਰਗੇ ਜਰਵਾਣੇ ਦੇ ਗਲ ਪੈਂਦੇ ਨੇ ਜਾ ਕੇ, ਉਹਨੂੰ ਕਹਿੰਦੇ ਨੇ ਤੂੰ ਕੀ ਕਰ ਰਿਹਾ, ਆਹ ਰੂਪ ਦੇ ਵਿੱਚ ਉਹਨੂੰ ਸ਼ੀਸ਼ਾ ਵਿਖਾਉਂਦੇ ਨੇ। ਬਾਬਾ ਨਾਨਕ ਜੀ ਉਸ ਰੂਪ ਦੇ ਵਿੱਚ ਜਦੋਂ ਲੋਕੀ ਆਪਣੀ ਜ਼ਬਾਨ ਛੱਡਦੇ ਨੇ, ਆਪਣਾ ਕਲਚਰ ਤਿਆਗਦੇ ਨੇ, ਬਾਬਾ ਜੀ ਨੂੰ ਲਲਕਾਰਦੇ ਨੇ, ਤੁਸੀਂ ਕੀ ਕਰਦੇ? ਭਾਵ ਹਰ ਚੀਜ਼ ਨਾਲ ਆਪਣੀ ਮੁਹੱਬਤ, ਆਪਣੀ ਜਿਹੜੀ ਐਸੋਸੀਏਸ਼ਨ ਹੈ, ਉਹਨੂੰ ਸਹੀ ਤਰੀਕੇ ਦੇ ਨਾਲ ਇਜ਼ਹਾਰ ਵਿੱਚ ਲੈ ਕੇ ਆਉਂਦੇ। ਖੈਰ, ਜ਼ਿਕਰ ਸੀਗਾ ਕਿ ਬਾਬਾ ਸ਼੍ਰੀ ਚੰਦ ਉਹਨਾਂ ਨੂੰ ਜਾਂ ਬਾਬਾ ਲਖਮੀ ਦਾਸ, ਗੁਰੂ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਕਿ ਆਹ ਰਾਹ ਹੈ ਗੁਰਮਤਿ ਦਾ, ਇਹ ਗਾੜੀ ਰਾਹ ਹੈ, ਇਹਨੂੰ ਅਪਣਾ ਲਿਆ ਜਾਏ ਤਾਂ ਠੀਕ ਹੈ। ਉਹ ਕਹਿੰਦੇ ਨਹੀਂ, ਇਹ ਵੀ ਹਕੀਕਤ ਹੈ। ਸੁਸਾਇਟੀ ਜਿਹੜੀ ਸਮਾਜ ਹੈ, ਜਿਹੜੀ ਇਸਟੈਬਲਿਸ਼ਮੈਂਟ ਹੈ, ਜਦੋਂ ਤੁਸੀਂ ਕਿਸੇ ਸਹੀ ਪਾਸੇ ਤੁਰਦੇ ਹੋ, ਉਹ ਤੁਹਾਡੀ ਬਰਖਲਾਫਤ ਵਿੱਚ ਆਉਂਦੀ ਹੈ, ਤੇ ਉਹ ਬਰਖਲਾਫਤ ਦੇ ਵਿੱਚ ਬਾਹਰੋਂ ਨਹੀਂ ਕਿਸੇ ਨੂੰ ਲੈ ਕੇ ਆਉਂਦੀ, ਉਹ ਸਾਡੇ ਘਰ ਦੇ ਜੀਆਂ ਨੂੰ ਯੂਜ਼ ਕਰਦੀ ਹੈ। ਇਹ ਕਮਾਲ ਹੈ, ਇਹ ਹਮੇਸ਼ਾ ਹੀ ਹੁੰਦਾ ਹੈ। ਉਹ ਸਾਡੇ ਆਲੇ ਦੁਆਲੇ ਦੇ ਬਹੁਤ ਨੇੜਲੇ ਨੂੰ ਚੂਜ਼ ਕਰਕੇ ਉਹਦੇ ਮੋਢੇ ਤੇ ਧਰ ਕੇ ਫਿਰ ਆਪਣਾ ਜਿਹੜਾ ਹੈ ਆਪਣੀ ਉਸ ਗੱਲ ਨੂੰ ਜਿਹੜੀ ਹੈ ਉਹ ਸਹੀ ਰੂਪ ਵਿੱਚ ਮਨਵਾਉਣਾ ਚਾਹੁੰਦੀ, ਪੁਗਾਉਣਾ ਚਾਹੁੰਦੀ ਹੈ। ਤੇ ਅਕਸਰ ਜਿਹੜੇ ਦਾਨਿਸ਼ਮੰਦ ਲੋਕ ਜਿਹੜੇ ਕਿਸੇ ਕਿਸਮ ਦੇ ਚੇਂਜਸ ਨੂੰ ਲਿਆਉਣਾ ਚਾਹੁੰਦੇ ਨੇ, ਉਸ ਸਾਰੀ ਰੈਜ਼ਿਸਟੈਂਸ ਦੇ ਵਿੱਚੋਂ ਗੁਜ਼ਰਦੇ ਨੇ। ਬਾਬਾ ਜੀ ਦੀ ਸਭ ਤੋਂ ਵੱਡੀ ਐਗਜ਼ਾਮਪਲ ਤੇ ਪਹਿਲਾਂ ਜਿਹੜਾ ਉਹ ਪੁਜਾਰੀਵਾਦ ਜਾਂ ਬ੍ਰਾਹਮਣਵਾਦ ਦਾ ਸਮਾਜ ਹੈ, ਉਹ ਪਿਤਾ ਦੇ ਰੂਪ ਵਿੱਚ ਮਹਿਤਾ ਕਲਿਆਣ ਦਾਸ ਦੇ ਰੂਪ ਵਿੱਚ ਰਜਿਸਟ ਕਰਦਾ ਹੈ, ਬਾਅਦ ਦੇ ਵਿੱਚ ਪੁੱਤਰਾਂ ਦੇ ਰੂਪ ਵਿੱਚ ਰਜਿਸਟ ਕਰਾਉਂਦੇ। ਈਵਨ ਇਸ ਲੈਵਲ ਤੇ ਲਿਆਂਦਾ ਗਿਆ ਕਿ ਬਾਬਾ ਸ਼੍ਰੀ ਚੰਦ ਨੂੰ ਲੰਗੋਟ ਲਵਾ ਦਿੱਤਾ, ਕੱਪੜਿਆਂ ਤਿਆਗ ਕਰਤਾ, ਸਭ ਲੰਗੋਟ ਲਾ ਕੇ ਕਹਿਣ ਲੱਗੇ ਬਸ ਤੂੰ ਤਿਆਗੀ ਹੋ ਜਾ। ਬਿਲਕੁਲ ਜਿਹੜਾ ਹੈ ਜੀਵਨ ਬਾਬਾ ਨਾਨਕ ਦੀ ਸਾਰੀ ਉਮਰ ਲੋਕਾਂ ਨੂੰ ਕਹਿੰਦੇ ਨੇ ਤਿਆਗ ਮਤਲਬ ਸਿਰਫ ਤੇ ਸਿਰਫ ਕੱਪੜੇ ਤਿਆਗਣ ਦਾ ਮਤਲਬ ਨਹੀਂ ਹੈਗਾ, ਤਿਆਗ ਦਾ ਮਤਲਬ ਗ੍ਰਸਤ ਤਿਆਗਣ ਦਾ ਮਤਲਬ ਨਹੀਂ ਹੈਗਾ, ਤਿਆਗ ਦਾ ਮਤਲਬ ਕਿਰਤਕਾਰ ਛੱਡ ਕੇ ਸਮਾਜ ਦੀਆਂ ਜ਼ਿੰਮੇਵਾਰੀਆਂ ਤੋਂ ਬਾਗੀ ਹੋਣਾ, ਇਹ ਕੋਈ ਤਿਆਗ ਦਾ ਮਤਲਬ ਨਹੀਂ। ਆਪਣੀ ਔਲਾਦ ਬੇਟਾ ਕਰ ਗਏ, ਮਗਰ ਇਹ ਵੀ ਸੱਚਾਈ ਹੈ, ਬਾਬਾ ਜੀ ਨੇ ਇਹ ਨਹੀਂ ਕਿਹਾ ਕਿ ਤੂੰ ਮੇਰੇ ਆਖੇ ਨਾ ਲੱਗਾ, ਤੇਰੀ ਸ਼ਾਹ ਰਗ ਮੜ ਗਈ, ਧੌਣ ਲਾ ਦੇਣੀ ਤੇ ਤੇਰੀ ਹਿੰਮਤ ਕਿਵੇਂ ਹੋਈ ਕਿ ਸਾਰੀ ਦੁਨੀਆ ਮੇਰੇ ਸੰਦੇਸ਼ ਨੂੰ ਜੈ ਜੈਕਾਰ ਕਰਨ ਵਾਸਤੇ ਤਿਆਰ, ਤੂੰ ਬਾਤ ਨਹੀਂ। ਬਾਬਾ ਜੀ ਨੇ ਸਭ ਬਾਤ ਨੂੰ ਦੱਸੀ, ਸਮਝਾਈ ਗਈ, ਸਭ ਚੀਜ਼ ਹੁੰਦੀ ਗਈ, ਜੀਵਨ ਬੀਤ ਗਿਆ। ਲੋਕਾਂ ਕਿਹਾ ਵੀ ਆਹ ਕੀ ਬਣਿਆ? ਮਹਾਰਾਜ ਨੇ ਕੋਈ ਗੱਲ ਨਹੀਂ, ਕਰਤਾਰ ਦੇ ਰੰਗ ਉਹ ਬੜਾ ਨਹੀਂ ਕਿਹੜੇ ਰੰਗਿਆਂ ਚ ਰਾਜੀ ਹੈ, ਪਤਾ ਨਹੀਂ ਕੈਸੀ ਬੇਨਤੀ ਆਈ ਹੈ। ਮੈਂ ਬੀਤੀ ਰਾਤ ਬੇਨਤੀ ਕਰ ਰਿਹਾ ਸੀ ਨਾ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗ। ਇਹ ਸੋਚ ਆ ਜਾਏ ਕਿਤੇ ਬੰਦਾ ਉਸ ਰਜ਼ਾ ਵਿੱਚ ਆ ਜਾਏ। ਬਾਬਾ ਸ਼੍ਰੀ ਚੰਦ ਬੜੇ ਉਮਰ ਦਰਾਜ਼ ਹੋਏ, ਕਰੀਬ 125 ਵਰੇ ਤੋਂ ਬਾਅਦ ਉਮਰ ਹੰਢਾਈ ਉਹਨਾਂ ਦੀ। ਵਕਤ ਬਤੀਤ ਹੁੰਦਾ ਗਿਆ, ਕਰਦਿਆਂ ਕਰਦਿਆਂ ਜੋ ਕਿਤੇ ਬੀਜ ਬੀਜਿਆ ਸੀਗਾ ਉਹ ਦਵੇਰ ਸਵੇਰ ਪੁੰਗਰ ਗਏ। ਜਦੋਂ ਪੁੰਗਰਿਆ, ਗੁਰੂ ਹਰਗੋਬਿੰਦ ਸਾਹਿਬ ਗੱਦੀ ਆਸੀਨ ਸੀਗੇ। ਬਾਬਾ ਸ਼੍ਰੀ ਚੰਦ ਉਮਰ ਦੇ ਅਖੀਰਲੇ ਪੜਾਅ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆਏ ਤੇ ਆ ਕੇ ਜਿਵੇਂ ਡੰਡੌਤ ਕਰਦੇ ਨੇ ਆਮ ਕਰਕੇ ਜਿਹੜੇ ਬਰਾਗੀ ਜਾਂ ਤਿਆਗੀ ਲੋਕ ਨੇ ਭਾਰਤੀ ਪਰਪਾਟੀ ਦੇ ਵਿੱਚ, ਉਵੇਂ ਡੰਡੇ ਵੱਲ ਲੰਮੇ ਪੈ ਕੇ ਨਮਸਕਾਰ ਕਰ ਦਿੱਤੇ। ਗੁਰੂ ਹਰਗੋਬਿੰਦ ਮਹਾਰਾਜ ਮੁਸਕਰਾਏ, ਜ਼ੋਰ ਲਾ ਕੇ ਕਹਿਣ ਲੱਗੇ ਵੀ ਬਜ਼ੁਰਗੋ ਆਹ ਕੀ ਕਰ ਦਿੱਤਾ, ਤੁਸੀਂ ਗੁਰੂ ਪੁੱਤਰ ਹੋ, ਆਹ ਕੀ ਕੀਤਾ? ਕਹਿਣ ਲੱਗੇ ਜੀ ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਮੈਨੂੰ ਵੀ ਪਤਾ ਲੱਗ ਗਿਆ, ਪਰ ਇਹ ਨਮਸਕਾਰ ਕਿਉਂ ਕੀਤੀ ਮੈਨੂੰ ਇਹ ਨਹੀਂ ਸਮਝ ਲੱਗੀ। ਦੇਖੋ ਜੇ ਤੇ ਨਮਸਕਾਰ ਕੀਤੀ ਗੁਰੂ ਸਮਝ ਕੇ ਤੇ ਫਿਰ ਹੁਣ ਦੀ ਤੇ ਲੋੜ ਨਹੀਂ, ਫਿਰ ਤੇ ਗੁਰੂ ਪਿਤਾ ਨੂੰ ਕਰ ਦੇਣੀ ਸੀ। ਉਹਨਾਂ ਤੇ ਗੱਲ ਹੀ ਮੰਨੀ ਤੁਸੀਂ, ਹੁਣ ਤੇ ਗੁਰੂ ਬਣੇ ਨਹੀਂ, ਉਹਨਾਂ ਨੇ ਤਾਂ ਗੁਰੂ ਧਾਰਨ ਨਹੀਂ ਕੀਤਾ, ਉਹਨੂੰ ਤੁਸੀਂ ਗੁਰੂ ਰੂਪ ਤਸੱਵਰ ਹੀ ਨਹੀਂ ਕੀਤਾ। ਇਸ ਕਰਕੇ ਮੱਥਾ ਟੇਕਣਾ ਗੁਰੂ ਕਰਕੇ ਤੇ ਬਣਦਾ ਹੀ ਨਹੀਂ। ਜੇ ਉਮਰ ਕਰਕੇ ਸਤਿਕਾਰ ਕਰਨ ਦੀ ਬਾਤ ਹੋਏ ਤੇ ਫਿਰ ਮੈਨੂੰ ਕਰਨਾ ਚਾਹੀਦਾ ਤੁਹਾਡਾ, ਕਿਉਂਕਿ ਤੁਸੀਂ ਬੜੇ ਬਜ਼ੁਰਗ ਹੋ, ਬੜੀ ਉਮਰ ਹੈ ਤੁਹਾਡੀ। ਕਹਿੰਦੇ ਨੇ ਬਾਬਾ ਸ਼੍ਰੀ ਚੰਦ ਹੱਥ ਜੋੜ ਕੇ ਖੜੇ ਹੋ ਗਏ, ਕਹਿਣ ਲੱਗੇ ਜੋ ਤੁਸੀਂ ਕਹਿਣਾ ਚਾਹੁੰਦੇ ਸਮਝ ਆ ਗਈ। ਹੁਣ ਪਤਾ ਲੱਗ ਗਿਆ ਗੁਰੂ ਪਿਤਾ ਠੀਕ ਸੀ, ਮੈਂ ਗਲਤ ਸੀ। ਬੌੜ ਕੇ ਵਾਪਸ ਆ ਗਏ ਸਾਰੇ, ਆਪਣੇ ਉਦਾਸੀ ਚੇਲੇ ਸਭ ਲੈਣ ਦੇ ਵਾਪਸ। ਕਹਿਣ ਲੱਗੇ ਇਹਨਾਂ ਨੂੰ ਸਿੱਖੀ ਸਿਖਾਓ, ਸਿੱਖੀ ਦੇ ਰਾਹ ਤੇ ਤੋਰੋ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਜੀ ਆਇਆ ਕਿਹਾ, ਖੈਰ ਮਕਦਮ ਕੀਤਾ ਤੇ ਇੰਨੇ ਸਤਿਕਾਰ ਨਾਲ ਕੀਤਾ। ਆਪਣਾ
बिंदी पुत्र अपनी औलाद बाबा गुरदित्ता जी क्या ये तुहाडी सारी सेवा कारगुजारी करनगे। तुहानू समझो तुसी गुरु घर वापस आए हो, साडे गुरु साहब वालों तुहानू तोहफे दे रूप में दिता जा रहा। बाबा गुरदित्ता जी बाद विच सारे उदासी डेरियां दा तेरा प्रबंध करते हैं, तो फिर सिੱਖੀ परंपरा में वापस लैके आउंदे। जो असीं बीजदे हाँ वो खत्म नहीं होता, वो उगदा है। हाँ वक्त देर लगती, चीज़ां होंदियां ने। महाराज ने क्या सच बीज सच उगेगा। इस करके क्या गया, जिन हर जपिया से हर होए। जे हरी जपिया हरी अलापिया, जिस किस्म का संदेश अंदर पाया। कई बार भी बात होंदी है, चीज़ां समझ नहीं आउंदियां, चीज़ां टैक्नीकली फड़ नहीं होंदियां, उस रूप में नहीं जिहड़ियां चीज़ां सुरत विच आउंदियां। महाराज ने कहा कोई गल नहीं, तू हौली हौली अलाप अपना करदियां करदियां बंदा मैच्योर हो जाता, उन्हां चीज़ां नूं अडॉप्ट कर लैंदा है। भाई लैणा जी जिस दिन आए ने उस दिन जीवन का राह बिल्कुल वखरा है। टल खड़काने, देवियां की पूजा करनी, कर्मकांड करना, सब जीवन का पूरा हिस्सा सीगा। गुरु नानक साहब ने आके सिखाना शुरू किया। वो महाराज सिखाते हैं, वो सीखता है। सीखदे सीखदे एक दिन ऐसा लैवल बनता, ऐसा पद्धर बनता है, लैना लैना रहिंदा ही नहींगा। महाराज उन्होंने नामकरण ही नवां देंदे ने, अंगद मेरा अंग हिस्सा, मेरा रूप हो गया। उत्थे साहब जिक्र करते, वो आप ही सानू संदेश देने वाला, वो आप ही साडे ते बख्शिश करने वाला, माहौल बनाने वाला, मौका प्रोवाइड कराने वाला, तो फिर साडे आपे दे विच बैठ के साडे जीवन नूं सही राह ते पाउण वाला। सानू वो करज भी वही देता है, सानू वो जिहड़ी चीज़ां नूं समझण दी ताकत भी वही देता है। हौली हौली उस रूप दे विच अपने राह तोरना, बशर्ते असीं उहदे नाल थोड़ा रिश्ता रखिए, स्थापती रखिए। इत्थे साहब अज जिक्र करते हैं आप उपदेश है। जदों असी जो उपदेश देने वाला है, जो गुरु रूप है, जो सच रूप है, उहदे तो वखरेवा ना करिए, उहदे नाल साझ रखिए, उहदे नाल नेड़ता रखिए। कई चीज़ां होंदियां ने, जिवें इस माहौल दे विच है। लेटली एक मेरे को केस आया, उहदे च बच्चा ऐलानिया रूप दे विच उन्हें जिहड़ा है अनाउंस कर दिता कि मैं सिੱਖੀ दा बेड़ा छड्ड के जा रहा। हालांकि कोई प्रैक्टिसिंग सिੱਖ नहीं सीगा, ये सच है। वो मतलब जटा जूट नहीं सीगा, ना वो सिੱਖੀ आशे दे विच सीगा। हाँ सिੱਖ परिवार विच जरूर पैदा होया सी, जिवें आम बच्चे साडे हुंदे ने। हुण जदों तक सिੱਖ परिवार विच सीगा, वो बिना शक सिੱਖੀ दी कोई प्रैक्टिस नहीं करता, उसकी कोई मानता सिੱਖਾਂ वर्गी नहीं हैगी। पर फिर भी एक आस सीगी कि देर सवेर आखिरकार साडा बच्चा है, साडी विरासत ही सांभेगा, ये सोच सीगी। उन्हें एक दिन अनाउंस कर दिया, मैं एक वखरा आर रिलीजन जिहड़ा अडॉप्ट कर लिया, मैं उस पासे बैप्टिस्ट होने जा रहा। चीज़ बन गई। वो परिवार में जो लगा जिन्हें बड़ा बड़ा ताकत हो गया, साढ़े बड़ी वड्डी है, मतलब जी है चीज़ हो गई। खैर वो बाद दे विच मेरे नाल मुलाकात करे, मेरे नाल मुलाकात कराई तो कहंदा भी परिवार का मेरे नाल जिहड़ा बिहेवियर चेंज हो गया, ये मैनूं डाइजैसट नहीं हो गया। इवें क्यों कीता बंदा? सेम ही बंदा मैं जिवें पहला सीगा, हुण भी उहो जिहा, बदलिया तो कुछ भी नहीं। बल्कि जे तुसीं ये कहो कि मैं पहला कोई बहुत वधिया सिੱਖ सीगा, ये गल नहीं, कोई बात नहीं है। मैं सिੱਖ तो सीगा ही नहीं, मेरा तो कोई सिੱਖੀ ना स्वरूप सी, मेरा सिੱਖੀ वाला ना मैं सिੱਖੀ कर्म करता सीगा। मैं सिर्फ अनाउंसमेंट ही की थी, तो इस किस्म की सारी बात बन गई, उखड़ गया काम सारा। हाँ ये सारी बात हो गई, पर मैं क्या ये सच ये है कि अजे भावे तो पूरी तरह इस पासे नहीं सी आया, पर जिहड़ा तेरा थोड़ा बहुता बीज पै रहा सी, सिੱਖੀ वाला पै रहा तेरी सुरत विच, तेरी सोच दे विच, तो सारे एहसास सदका सानू उम्मीद सी देर सवेर बीज होगा जी ना। थोड़ी बहुत बंदा सोचते अज नहीं तो कल, कल नहीं तो परसों, आखिरकार परती आना सारी बात। हुण उस संभावना खत्म होने लगती है, वो चीज करके बरताव आया। हुण महसूस होया है कि वो तो गलत हो गया, जिहड़ी है फसल ही गलत पैदा होने लगी, तो गलत चीज पैदा होने लगी, तो असीं सोचिया भी नहीं सीगा। इस करके सब जिक्र करते हैं आप उपदेश है, वो चीज ला उपदेश लैके अपना रूप है, सच का रूप है। बाणी महाराज जो ध्यान नाल पढ़ते देखते हो, बाणी रब जी दी बातां करती है, क्योंकि इहदी हंकार तो गल शुरू हुई सी ते निरंकार ते खत्म होनी इस पदे दी बात। जिहड़ा 8 नंबर पदा है ना इस पावन अष्टपदी दा, सत 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 प्रभ स्वामी, इत्थे बात होनी है। सत नाल जुड़, सत बीज, अखीर तेरे जीवन में सचियारता ही आएगी, सत रूपता आएगी। ये सब जिक्र करते हैं आप उपदेश है, तो इस सत का उपदेश देने वाला कोई होर नहीं, रब जी आप है। बाणी महाराज असीं वाक पढ़ते हैं, वाह वाह बाणी निरंकार है, आप उपदेश है, वो आप उपदेश दे रहा है।
इस सरकमस्टांस दे माहौल सानू इस किस्म दा बनया जिहदे च इंज कहा जाए कि रब जी ने सानू ये सिक्ख्या, ये बख्शिश, ये नियामत साडी झोली पा दी ते हुण असीं इस नूं गहरे तल ते पकड़ लईए। जिवें भाई लैणा जी वो करदे करदे जो उस माहौल दे विच आए ना तो फिर कई जगह ते ऐसा जिक्र होंदा जन्म साखी च होर वेरवियां दे विच वो अक्सर ये बात कहिंदे ने भी मैनूं ना जिवें करतार ने आप ही घेर के इस जगह ते लिया, ये उसकी अपनी बनाई हुई बिद सी कि उस बिद दे विच मैनूं ये सारी सही चीज जिहड़ी है वो प्राप्त हो गई। सब कहते जे एवें मान लिया जाए कि रब जी ने सारी बख्शिश मैनूं प्रोवाइड करा दी, आप उपदेश है समझ है आप। फिर असीं ये भी कई बारी ख्याल करते हाँ बहुता पता नहीं लगता, बहुती समझ नहीं आती, चीज़ां कई बार सही तरह समझ ख्याल जहन में नहीं आउंदियां। एक चीज़ें भी है जो असीं थोड़ा बहुता धर्म नूं मनदे हाँ, धर्म की राह ते तुरदे हैं, जो मुश्किलां तकलीफां आउंदियां ना तो असीं ग्रंटेड लैके चलदे, मैं पाठ करदा तो हुण मैनूं कोई मुश्किल नहीं होनी चाहिए, मैं गुरुद्वारा साहब जाना मेरी जिंदगी बिल्कुल ठीक चलनी चाहिए है। फिर मुश्किलां आउंदियां ने, फिर जिंदगी कई बार बल्कि ज़्यादा चैलेंजेस आ जाते हैं। बंदा सोचता है कि धर्म का फायदा की आया, गुरुद्वारे जाने का की लाहा आया। फिर ये जिहड़ी चीज है इसने इस रूप में फिर बंदे की समझ जिहड़ी डावाडोल हुंदी है, फिर बंदा बड़ा परेशान हुंदा, पश्चिमीन हुंदा है। महाराज कहंदे ना सब नूं समझण दी ताकत ही गुरु आप देंदा है। रीजनिंग जिहड़ी है ना, कोई भी कार्य वापरदा, काम वापरदा, उहदे पिछे रीजन सब तो वड्डी चीज है। असीं प्रॉपर रीजन नहीं देख पाउंदे, जे आपां रीजन नहीं देख पा रहे फिर असीं ब्लेम किसी होर नूं करदे हां। जिवें कोई भी चीज है सिंपल लैवल ते लै लिया जाए, सपोज करो मैं मेरे आले दुआले पेरेंटिंग जो गुजरना बच्चे ने छोटे, मैं कोई चीज़ पा के टेबल ते रखी है तो मैं जितों तक उन्होंने हाथ की अप्रोच सीगी उहदे तो थोड़ी अगां रखने की बजाय उन्होंने हाथ की अप्रोच के नेड़े रख देती। थोड़ी देर बाद किसी किसी ने हाथ मारिया, कोई चीज़ गर्म डोल ली, कुछ हो गया तो उस तो बाद फिर मैं एकदम एहसास करता भी बच्चे के अखी नहीं लगते, बड़ा तंग करते हैं, बड़ा मैं गलत रीजनिंग दे रहा। जिहड़ा सही रीजन है वो ये है कि मैं पहला ब्रेनस्टॉर्म नहीं किया, मैं उत्थे जिहड़ा जदों मैं पहला डिसीजन बनाया है वो प्रॉपर नहीं बनाया। जे किते मैं पहला सोचदा भी आ चीज हो सकती है, सिनु साहब ने कहा सी अगों दे जे चेती है, ये जिहड़ी चीज है पहला नहीं आई, मेरे आई हुंदी वो जिहड़ी रीजनिंग वो लैके आउंदा। धर्म हौली हौली ये सिखाउंदा है। लोग कई बारी आके कहंदे ने महाराज आ की बन गया है, आ चीज हो गई इस रूप दे विच, होर इनू सिंपलीफाई कर दिओ। मैनूं याद है असीं कई बारी वाक पढ़ते हैं जिस सर जिक्र करते हैं, बिसर गई सब तात पराई जपते साथ संगत मोह पाई, ना को बैरी ना बेगाना सगल संग हमको बनियाई, इहो जिहे शब्द असीं पढ़ते हैं। या सर जिक्र करते हैं भी सब सुख है, सब मित्र ने, सब सज्जन ने, सब सुहृद ने। बहुत चिर पहलां दी बात है, स्टेट्स विच सीगा, गुरु अर्जन साहब की शहादत के कुछ रूप में बोलिया तो एक शख्स आ गया, कहने लगा कि गल मैं तुहानूं पुछनी चाहुंदा, तर्क है थोड़ा तुसीं सुन लिओ। मैं कोई गल नहीं, बेझिझक हो के दसो। कहते भी बात यह है कि असीं मन्ने भी गुरु अर्जन साहब का शरण भट्टा का सवैया क्या सीगा, मेरे जहन च हुण आ रहा कोई सवैया सीगा। सब जिक्र करते सीगे कि जग और न याहे महात्म में अवतार उजागर आन गयो, तिनके दुख कोटक दूर गए मथुरा जिन अमृत नाम लियो, ये पद दिते मत चूकै रे मन भेद विभेद ना जान बियो, प्रतक्ष हृदय गुरु अर्जन के हर पूर्ण ब्रह्म निवास भी। ਉਹਦੀ बात हो रही सी कि जिन्हें गुरु अर्जन साहब का नाम लिया ਉਹਦੇ सारे दुख दूर हो गए। वो कहते भी तुसीं ते बात कह रहे सी, उन्होंने अपना जीवन देखो किन्ने दुखों च बतीत होया, देखो कितना कष्ट आया, कितनी तकलीफ आई। असीं ते कहने उन्होंने नाम लिया दुख दूर हो जाते, तो आप कष्ट सहारने पे। बिल्कुल ठीक है। रीजनिंग देखो की है, रीजनिंग उत्थे तुहानूं जिहड़ी तुहानूं दुख दी चीज लगदी है वो दुख नहीं, वो असल में बड़ी बड़ी प्राप्ति है। जे सही रूप में रीजनिंग करो ना, माहौल ऐसा है जहांगीर दा एक छोटा जिहा प्यादा सिपाही सिपे सालार वो जाके किसी को घूर के वेख ले ना तो अगला डर के यरका मर जाता है। एक ऐसी सत रूह ਉਹਦੇ सामने अखां च अखां पा के वेखदी ते वेखदी नहीं, ਉਹਨੂੰ दसदी है कि लै सजना मैं आ सच दे राह दा राहगीर हां, मैं इस राह दे उत्ते तुरांगा, तू की करेगा? वो कहंदा मैं तेरे प्राण कड्डांगा। वो कहंदा कड्ड, वो प्राण कढ़ते बड़े जोर ला के बड़ा तशद्दद करा के वो सारा कुछ करता है। इस सब के बावजूद भी वो मत्थे ते खौफ की छोटी जी चिन्ह भी नहीं पैंदी, छोटी जी शिकन भी नहीं पैंदी। इस सारे पता लगता दी प्राप्ति की तू रीजनिंग नहीं सही दे रहा।
जे रीजनिंग सही दें फिर तेन महसूस है रीजन ਉਹਦੇ ਪਿੱਛੇ ਆ ਹੈ, ਉਹਦੀ ਸ਼ਹਾਦਤ, ਉਹਦੀ ਸਾਰੇ ਦਾ ਸਾਰਾ ਜਿਹੜਾ ਉਹਦਾ ਜਾਵੇਦਾ ਹੈ, ਜਿਹੜੀ ਉਹਦੀ ਬਹਾਦਰੀ ਹੈ, ਜਿਹੜਾ ਉਹਦਾ ਸਾਰੇ ਦਾ ਅੰਦਰ ਸੁਖ ਹੈ, ਸ਼ਾਂਤ, ਸਾਰੇ ਨੂੰ ਜਿਹੜੀ ਹੈ ਉਹ ਸਾਡੇ ਸਾਹਮਣੇ ਅਰਥ ਦੇ ਰਹੀ ਹੈ। ਤੂੰ ਦੇਖ ਤੇ ਸਹੀ ਜੀਵਨ ਦੇ ਵਿੱਚ ਧਰਮ ਇਹ ਨਹੀਂ ਸਿਖਾਉਂਦਾ ਵੀ ਤੇਰੀਆਂ ਤਕਲੀਫਾਂ ਸਾਰੀਆਂ ਚੁੱਕੀਆਂ ਜਾਣਗੀਆਂ। ਧਰਮ ਇਹ ਸਿਖਾਉਂਦਾ ਹੈ ਤੂੰ ਉਹਨਾਂ ਦੇ ਨਾਲ ਜਦੋਂ ਦੋ ਚਾਰ ਹੋਏਗਾ ਤੇਰੇ ਅੰਦਰ ਦੀ ਦੁਨੀਆ ਨਹੀਂ ਖਰਾਬ ਹੋਏਗੀ, ਤੂੰ ਟਿਕਾ ਚ ਰਹੇਗਾ, ਤੂੰ ਸ਼ਿਥਿਲ ਰਹੇਗਾ, ਤੂੰ ਸਭ ਹਾਲਾਤਾਂ ਨੂੰ ਸਹੀ ਰੂਪ ਵਿੱਚ ਬਰਦਾਸ਼ਤ ਕਰ ਸਕੇਗਾ। ਇਹ ਸਮਝਣ ਦੀ ਤਾਕਤ ਵੀ ਉਹ ਆਪ ਦਿੰਦਾ ਹੈ। ਸਭ ਇੱਥੇ ਜ਼ਿਕਰ ਕਰਦੇ ਆਪ ਉਪਦੇਸ਼ ਹੈ ਸਮਝਾਏ ਆਪ, ਅਗਲਾ ਵਾਕ ਲਿਖਿਆ ਆਪੇ ਰਚਿਆ ਸਭ ਕੈ ਸਾਥ। ਉਹਨੇ ਆਪ ਰਚਨਾ ਰਚ ਕੇ ਸਭ ਦੇ ਅੰਗ ਸੰਗ ਉਹ ਆਪ ਬੈਠਾ ਹੈ। ਰੱਬ ਜੀ ਕਿਤੇ ਦੂਰ ਨਹੀਂ, ਕਿਤੇ ਬਾਹਰ ਨਹੀਂ। ਇਸ ਲਈ ਕਿਹਾ ਜਾਂਦਾ ਹੈ ਜਿਵੇਂ ਲੋਕੀ ਕਹਿੰਦੇ ਨਾ ਵੀ ਜਿਹੜੀ ਇਹ ਆਪਣੀ ਇਨਲਾਈਟਮੈਂਟ ਕਰੋ, ਇਹ ਸਾਰੀ ਸਿੱਖੀ ਦੀ ਆਸ਼ੀ ਚਵਾਈ ਚੀਜ਼ ਹੈ। ਸਿੱਖੀ ਕਹਿੰਦੀ ਆਪਣੇ ਆਪ ਨੂੰ ਲੱਭੋ, ਆਪਣੇ ਆਪ ਨਾਲ ਬੈਠੋ, ਆਪਣੇ ਆਪ ਨੂੰ ਜਾਗਰਤ ਕਰੋ। ਰੱਬ ਜੀ ਤੁਹਾਡੇ ਅੰਗ ਸੰਗ ਦੂਰ ਤੇ ਹੈ ਹੀ ਨਹੀਂ ਕਿਤੇ। ਇੱਥੋਂ ਸਭ ਜ਼ਿਕਰ ਕਰਦੇ ਨੇ ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਵਿਸਥਾਰ। ਜਿਹੜਾ ਵਿਸਥਾਰ ਵੀ ਹੋ ਰਿਹਾ ਚਾਰ ਚੁਫੇਰੇ, ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਅਸੀਂ ਕਈ ਵਾਰੀ ਬਾਦਰ ਹੋ ਜਾਂਦੇ ਹਾਂ, ਪਰੇਸ਼ਾਨ ਹੋ ਜਾਂਦੇ ਹਾਂ। ਦੇਖੋ ਐਥੀਕਲੀ ਕੋਈ ਚੀਜ਼ ਗਲਤ ਨਾ ਹੋਏ। ਨਵਾਂ ਜ਼ਮਾਨਾ, ਨਵੀਆਂ ਦੁਨੀਆ, ਨਵਾਂ ਸੰਸਾਰ, ਨਵੇਂ ਆਯਾਮ, ਨਵਾਂ ਸੱਭਿਆਚਾਰ, ਕਿਸੇ ਚੀਜ਼ ਨੂੰ ਸਿੱਖੀ ਨੇ ਅਡਾਪਟ ਕਰਨ ਤੇ ਕਦੀ ਨਾ ਨਹੀਂ ਕੀਤੀ। ਸਿਰਫ ਇੱਕ ਹੀ ਚੀਜ਼ ਹੈ ਵੀ ਪ੍ਰਿੰਸੀਪਲੀ ਐਥੀਕਲੀ ਉਹਦੇ 'ਚ ਕੋਈ ਕਾਂਡ ਨਾ ਹੋਵੇ। ਉਸ ਚੀਜ਼ ਤੋਂ ਬਚਾਅ ਵਾਸਤੇ ਸਾਨੂੰ ਕਿਹਾ। ਬਾਕੀ ਸਾਹਿਬ ਨੇ ਕਿਹਾ ਵਿਸਥਾਰ ਹੈ ਉਹਦਾ, ਇਹ ਹੋਏਗਾ। ਇਹ ਜੀਵਨ ਬਦਲਾਅ ਦਾ ਨਾਮ ਹੈ। ਇਹਦੇ 'ਚ ਅਸੀਂ ਰੂੜੀਵਾਦੀ ਨਹੀਂ ਹੋ ਸਕਦੇ, ਪਿਛਾ ਖਿੱਚੂ ਨਹੀਂ ਹੋ ਸਕਦੇ। ਉੱਥੇ ਸਾਹਿਬ ਜ਼ਿਕਰ ਕਰਦੇ ਆਪ ਕਿਨੂੰ ਆਪਨ ਵਿਸਥਾਰ, ਸਭ ਕੁਝ ਉਸਕਾ, ਉਹ ਕਰਨਾ ਹੈ ਹਾਰ। ਬਾਕੀ ਸਭ ਉਹਦਾ ਬਣਾਇਆ ਹੋਇਆ ਕਾਇਨਾਤ ਹੈ, ਉਹ ਆਪ ਹੀ ਕਰਨਹਾਰ ਹੈ, ਉਹ ਆਪ ਹੀ ਸਭ ਚੀਜ਼ਾਂ ਨੂੰ ਜਿਹੜਾ ਹੈ ਹੋਂਦ ਵਿੱਚ ਲਿਆ ਰਿਹਾ, ਇਹ ਸਭ ਚੀਜ਼ਾਂ ਨੂੰ ਜਿਹੜਾ ਉਸ ਰੂਪ ਵਿੱਚ ਅਰਥ ਦੇ ਰਿਹਾ ਹੈ। ਸਾਡੀ ਸੁਸਾਇਟੀ ਹੈ, ਇਹ ਸੁਸਾਇਟੀ ਨੂੰ ਕੰਜ਼ਿਊਮਰ ਸੁਸਾਇਟੀ ਕਿਹਾ ਜਾਂਦਾ ਹੈ। ਸਾਡੀ ਹਰ ਖੁਸ਼ੀ ਕਿਸੇ ਰਿਵਾਰਡ ਤੇ ਖੜੀ ਹੁੰਦੀ ਜਾ ਕੇ ਵੀ ਭਾਈ ਅੱਜ ਬਹੁਤ ਬੜੀ ਖੁਸ਼ੀ ਹੈ, ਕੀ ਕੀਤਾ, ਆ ਫਲਾਂ ਚੀਜ਼ ਲੈ ਆਂਦੀ, ਆ ਫਲਾਂ ਜਿਹੜਾ ਹੈ ਸਮਾਨ ਲੈ ਆਂਦਾ, ਆ ਚੀਜ਼ ਕਰ ਲਈ। ਜਿਹੜਾ ਬੰਦਾ ਆਪਣੀਆਂ ਖੁਸ਼ੀਆਂ ਨੂੰ ਸਮਾਨ ਨਾਲ, ਚੀਜ਼ਾਂ ਨਾਲ, ਵਸਤਾਂ ਰਸਤਾਂ, ਇਹਨਾਂ ਚੀਜ਼ਾਂ ਨਾਲ ਜੋੜੇਗਾ, ਹੋਏਗਾ ਕਿ ਸੁਸਾਇਟੀ ਦੇ ਵਿੱਚ ਬੇਲੋੜੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਹੋ ਜਾਣਗੀਆਂ ਇਕੱਠੀਆਂ। ਆਪਣੇ ਘਰਾਂ 'ਚ ਅਸੀਂ ਦੇਖੀਏ ਕਿੰਨਾ ਕਲਟਰ ਇਕੱਠਾ ਹੋਇਆ, ਪਹਿਲੀ ਲੋੜ ਵੀ ਕੋਈ ਨਹੀਂ ਇਹੋ ਜਿਹਾ। ਈਵਨ ਸਾਡੇ ਜਿਹੜੇ ਹਾਊਸ ਹੋਲਡ ਬਹੁਤਿਆਂ ਦੇ ਠੀਕ ਹੋਣਗੇ, ਜਿਸ ਇਸ ਤੋਂ ਥੋੜਾ ਬਾਹਰ ਜਾ ਕੇ ਦੇਖੋ ਹਾਜੀ ਕੋਈ ਨਹੀਂ ਹੈਗਾ। ਮਤਲਬ ਇੰਤਹਾ। ਇਹ ਸਾਰਾ ਪੱਖ ਕਿਉਂ ਆ ਗਿਆ? ਕਿਉਂਕਿ ਬੰਦਾ ਆਪਣੇ ਜੀਵਨ ਦੇ ਖਲਾਅ ਨੂੰ ਭਰਨਾ ਚਾਹ ਰਿਹਾ ਹੈ। ਸਭ ਜ਼ਿਕਰ ਕਰਦੇ ਜੇ ਰੱਬ ਜੀ ਦੇ ਨਾਲ ਆਤਮ ਸਾਥ ਹੋ ਜਾਏ ਫਿਰ ਮਹਿਸੂਸ ਹੋਏਗਾ ਉਹ ਕਰਨਹਾਰ ਹੈ, ਸਭ ਬਣਾਉਣ ਵਾਲਾ ਹੈ। ਮੈਂ ਉਸ ਬਣਾਉਣ ਵਾਲੇ ਦੇ ਨਾਲ ਆਤਮ ਸਾਥ ਹੋ ਕੇ ਚੀਜ਼ਾਂ ਨੂੰ ਬਣਾਉਣ ਦੇ ਵਿੱਚ ਯੋਗਦਾਨ ਪਾਵਾਂ। ਬਣਾਉਣ ਦਾ ਮਤਲਬ ਇਹ ਨਹੀਂ ਕਿ ਮੈਂ ਮਟੀਰੀਅਲ ਬਣਾਵਾਂ, ਮੈਂ ਧਰਤੀ ਨੂੰ ਬਾਖੂਬ ਬਣਾਵਾਂ। ਲੋਕੀ ਸ਼ਾਇਦ ਬਿਰਖ ਲਾਉਣੇ ਸ਼ੁਰੂ ਕਰ ਦੇਣ, ਲੋਕੀ ਸ਼ਾਇਦ ਧਰਤੀ ਨੂੰ ਸਾਂਭਣ ਵਾਸਤੇ ਯਤਨਸ਼ੀਲ ਹੋਣਗੇ। ਸ਼ਾਇਦ ਉਸ ਰੂਪ ਵਿੱਚ ਇਹ ਇਸ ਕਿਸਮ ਦੀ ਸੇਵਾ, ਜਿਹੜਾ ਅਸਲ ਵਿੱਚ ਸੇਵਾ ਦਾ ਸੰਕਲਪ ਹੈ, ਉਹ ਬੰਦੇ ਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ। ਉਸ ਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਉਸਕਾ, ਉਹ ਕਰਨਾ ਹੈ ਹਾਰ। ਉਹ ਸਾਡੇ ਵਿੱਚ ਹੀ ਵਰਤ ਕੇ ਸਭ ਕਰਨਾ ਹਾਰ ਹੈ, ਸਭ ਕਾਸ ਨੂੰ ਜਿਹੜਾ ਹੈ ਉਹ ਹੋਂਦ ਵਿੱਚ ਲਿਆ ਸਕਦਾ ਹੈ। ਉਸ ਤੇ ਤਿੰਨ ਕਹੋ ਕੁਛ ਹੋਏ, ਉਹਦੇ ਤੋਂ ਵੱਖਰਾ ਕੁਝ ਵੀ ਨਹੀਂ। ਸਭ ਉਹਦੇ ਵਿੱਚੋਂ ਨਿਕਲੇ, ਉਹਦੇ ਵਿੱਚ ਮਾ ਜਾਣਾ ਹੈ। ਇਹਨੂੰ ਸਾਹਿਬ ਨੇ ਜ਼ਿਕਰ ਕੀਤਾ ਸੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਤੁਸ ਦੇਵੇਂ ਕਰਹਿ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ। ਤੂੰ ਸਭ ਨੂੰ ਜਾਣ ਦੇਣ ਵਾਲਾ ਹੈ, ਤੂੰ ਕਵਾਓ ਦੇ ਨਾਲ ਹੁਕਮ ਨਾਲ ਜਾਨਾ ਕੱਢ ਦੇਣਾ। ਇਹ ਤੇਰਾ ਬਣਾਇਆ ਹੋਇਆ ਤਰਤੀਬ ਹੈ ਸਾਰੇ ਦੀ ਸਾਰੀ। ਹੋਰ ਰੰਗ ਨੂੰ ਦੇਖੋ ਤੁਸੀਂ, ਜਿਸੋਂ ਅਸੀਂ ਵੱਡੇ ਲੈਵਲ ਤੇ ਪ੍ਰੋਬਲਮਸ ਦੇਖਦੇ ਹਾਂ, ਜਿਵੇਂ ਸਪੋਜ਼ ਕਰੋ ਕਿ ਬਹੁਤ ਵੱਡਾ ਅਰਥਕਵੇਕ ਆ ਗਿਆ, ਬਹੁਤ ਵੱਡੀ ਬਾੜ ਆ ਗਈ, ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜ਼ਾਇਆ ਹੋ ਗਈਆਂ, ਲੱਖਾਂ ਏਕੜ ਫਸਲ ਖਰਾਬ ਹੋ ਗਈ, ਕੁਝ ਇਸ ਰੂਪ ਦੀ ਚੀਜ਼ਾਂ ਹੋਈਆਂ। ਬੰਦਾ ਕਹਿੰਦਾ ਹੈ ਰੱਬ ਨੇ ਠੀਕ ਨਹੀਂ ਕੀਤਾ, ਆਹ ਚੀਜ਼ਾਂ ਨਹੀਂ ਸੀ ਹੋਣੀ ਚਾਹੀਦੀ। ਜਦੋਂ ਤੁਸੀਂ ਇਹਨੂੰ ਸਪਿਰਿਚੁਅਲ ਐਂਗਲ ਤੋਂ ਦੇਖਦੇ ਹੋ, ਆਸਟ੍ਰੇਲੀਆ ਦੇ ਵਿੱਚ ਇੱਕ ਉੱਥੋਂ ਦਾ ਐਬਰੀਜਨਲ ਤਬਕਾ ਸੈਕਟ ਹੈ, ਉਹ ਧਰਤੀ ਦੇ ਥੱਲਿਓਂ ਜਿਹੜਾ ਕੋਲਾ ਵਗੈਰਾ ਹੈ, ਇਹ ਸਭ ਚੀਜ਼ਾਂ ਇਹ ਕੱਢ ਕੇ ਵਰਤਦੇ ਨੇ। ਪਰ ਉਹ ਵਰਤਨ ਦੇ ਹਿਸਾਬ ਦੇ ਨਾਲ ਜਿੰਨਾ ਕੱਢ ਕੇ ਵਰਤਦੇ ਨੇ, ਓਨਾ ਹੀ ਸਮਾਨ ਉਹ ਧਰਤੀ ਦੀ ਮੁੱਖ ਵਿੱਚ ਦਿੰਦੇ ਨੇ। ਉਹ ਕਹਿੰਦੇ ਨੇ ਵੀ ਜੋ ਲਿਆ ਨਾ ਮਦਰ ਨੇਚਰ ਤੋਂ, ਉਹਨਾਂ ਅਸੀਂ ਵਾਪਸ ਵੀ ਦੇ ਦਈਏ ਨਾਲ ਦੇ ਨਾਲ, ਤਾਂ ਕਿ ਇਹ ਹਿਸਾਬ ਕਿਤਾਬ ਬਰਾਬਰ ਰਹਿ ਸਕੇ। ਨਹੀਂ ਤੇ ਫਿਰ ਮਦਰ ਨੇਚਰ ਦੇਰ ਸਵੇਰ ਸਾਡੇ ਤੋਂ ਲਏਗੀ। ਆਪ ਦੇਖੋ ਜਿਹੜਾ ਅੱਜ ਅਸੀਂ ਤੇਲ ਯੂਜ਼ ਕਰ ਰਹੇ ਹਾਂ, ਸਹੀ ਰੂਪ ਦੇ ਵਿੱਚ ਕਦੀ ਇਹ ਸਾਰੀ ਵਸੀ ਸਿਵਲਾਈਜੇਸ਼ਨ, ਦਰਖਤ ਸਨ, ਮਕਾਨ ਸਨ, ਬੰਦੇ ਸਨ, ਸਭ ਉਹੀ ਸੀਗੇ। ਉਹ ਹਜ਼ਾਰਾਂ ਸਾਲ ਪਹਿਲੇ ਤੋਂ ਪਲਟਾ ਆਇਆ, ਉਹ ਥੱਲੇ ਆ ਗਏ, ਤੇ ਥੱਲੇ ਆ ਕੇ ਉੱਤੇ ਮਿੱਟੀ ਆ ਗਈ, ਉਹ ਪਏ ਰਹੇ ਬਾਲਣ ਬਣ ਗਿਆ।
ਉਹ ਬਾਲਣ ਵੱਖਰੇ ਕਿਸਮ ਦਾ ਬਣ ਗਿਆ, ਉਹ ਬਾਲਣ ਲੱਕੜ ਦਾ ਰੂਪ ਨਾ ਰਿਹਾ, ਕੋਲੇ ਦਾ ਰੂਪ ਬਣ ਗਿਆ, ਤੇਲ ਦਾ ਰੂਪ ਬਣ ਗਿਆ, ਪੈਟਰੋਲ ਬਣ ਗਿਆ, ਗੈਸ ਬਣ ਗਈ, ਆ ਚੀਜ਼ ਬਣ ਗਈ। ਸੋ ਇਸ ਲਈ ਜੇ ਅਸੀਂ ਸਾਰਾ ਕੱਢ ਕੇ ਵਰਤ ਰਹੇ ਹਾਂ, ਸਪੋਜ਼ ਕਰੋ ਸਾਰਾ ਅਸੀਂ ਕਰ ਰਹੇ ਹਾਂ, ਪਰ ਉਹ ਥਾਂ ਖਾਲੀ ਹੋ ਗਈ, ਕੱਲ ਨੂੰ ਫਿਰ ਇਸ ਜਿਹੜਾ ਜੋ ਕੁਝ ਉੱਤੇ ਬਣਿਆ ਨੇ ਭਰਨਾ ਹੀ ਪੈਣਾ। ਇਹ ਨਿਜ਼ਾਮ ਹੈ ਨਾ, ਕਈ ਵਾਰ ਪਸਰੇ ਪਸਾਰ, ਇਹ ਪਸਾਰ ਫਿਰ ਪਸਰ ਜਾਂਦੇ ਨੇ, ਉਹ ਇਹ ਚੀਜ਼ਾਂ ਹੋਰ ਇਹੀ ਉਹਦਾ ਨਿਜ਼ਾਮਤ ਹੈ। ਇਹ ਬੰਦਾ ਸਾਰਾ ਫਿਰ ਸਾਈਕਲ ਸਮਝ ਜਾਂਦਾ ਹੈ, ਫਿਰ ਬੰਦਾ ਉਸ ਅਹਿਸਾਸ ਵਿੱਚ ਆ ਜਾਂਦਾ। ਉਹ ਕਹਿੰਦੇ ਜਾਂ ਤੇ ਹੁਣੀ ਕਰਨਾ ਸ਼ੁਰੂ ਕਰ ਦਿਓ। ਇਸ ਕਰਕੇ ਕਿਹਾ ਜਾਂਦਾ ਸੰਜਮ ਨਾਲ ਵਰਤੋ। ਸਾਡੇ ਤੇ ਜਿਹੜਾ ਸਾਡਾ ਸੱਭਿਆਚਾਰ ਹੈ ਉਹਦੇ ਵਿੱਚ ਸਾਡੇ ਜਿਹੜੇ ਅਖਾਣ ਵਗੈਰਾ ਇਹ ਹੋਰ ਚੀਜ਼ਾਂ ਸੀਗੀਆਂ, ਉਹਨਾਂ 'ਚ ਕਿਹਾ ਜਾਂਦਾ ਸੀਗਾ ਬੰਦੇ ਦੇ ਸਾਹ ਤੇ ਸਾਸ ਤੇ ਗਰਾਸ ਇਹ ਗਿਣੇ ਮਿੱਥੇ ਨੇ। ਸਾਸ ਜਿਹੜੇ ਸਾਹ ਲੈਂਦੇ ਆ ਤੇ ਗਰਾਸ ਜਿਹੜੀਆਂ ਅਸੀਂ ਬੁਰਕੀਆਂ ਖਾਂਦੇ ਆ। ਇਸ ਕਰਕੇ ਕਹਿੰਦੇ ਵੀ ਬੰਦੇ ਨੇ ਜੇ ਲੰਮੇਰਾ ਸਮਾਂ ਰਹਿਣਾ ਤੇ ਉਸ ਹਿਸਾਬ ਦੇ ਨਾਲ ਘੱਟ ਖਾਏ, ਸਹੀ ਰੂਪ ਦੇ ਵਿੱਚ ਜਿਹੜਾ ਹੈ ਘੱਟ ਸੋਏ, ਉਹ ਰੂਪ ਜਿਹਨੂੰ ਅਲਪ ਆਹਾਰ ਸੁਲਭ ਸੀ ਨਿਦਰਾ ਕਿਹਾ ਗਿਆ। ਜਦੋਂ ਬੰਦਾ ਸੌਂਦਾ ਹੈ ਜਿਹੜੀ ਬਰੀਥਿੰਗ ਰੇਸ਼ੋ ਹੈ ਡਬਲ ਹੋ ਜਾਂਦੀ ਹੈ, ਜ਼ਿਆਦਾ ਆਕਸੀਜਨ ਜਿਹੜਾ ਹੈ ਉਹ ਕੰਜ਼ਿਊਮ ਕਰਦਾ ਹੈ। ਜਦੋਂ ਬੰਦਾ, ਇਸੇ ਕਰਕੇ ਬੱਚੇ ਸੁੱਤੇ ਸਮੇਂ ਵੱਧ ਵੱਧਦੇ ਨੇ, ਤੁਹਾਨੂੰ ਸ਼ਾਇਦ ਪਤਾ ਹੋਏਗਾ, ਜਿਹੜਾ ਬੱਚਾ ਵੱਧ ਸੋਏਗਾ ਵੱਧ ਵਧੇਗਾ। ਕਈ ਵਾਰੀ ਹੁੰਦਾ ਕੋਈ ਬੱਚੇ ਬੜਾ ਸੌਂਦੇ ਨੇ, ਕਹਿੰਦੇ ਬੜਾ ਬੇਫਿਕਰ ਹੈ ਜੀ, ਇਹ ਬੜਾ ਸੌਂਦਾ, ਉਹ ਜ਼ਿਆਦਾ ਸਰੀਰ ਕਰਕੇ ਸੁਡੋਲ ਤਗੜਾ ਹੋ ਜਾਂਦਾ, ਕਿਉਂਕਿ ਵੱਧ ਉਹਨਾਂ ਨੂੰ ਚੀਜ਼ਾਂ ਹਜਮ ਹੋਣ 'ਚ ਮਦਦ ਮਿਲਦੀ ਹੈ, ਆਕਸੀਜਨ ਉਹ ਵੱਧ ਜਿਹੜੀ ਹੈ ਕੰਜ਼ਿਊਮ ਕਰ ਜਾਂਦਾ ਹੈ। ਇਸ ਲਈ ਕਿਹਾ ਗਿਆ ਥੋੜਾ ਖਾਓ, ਥੋੜਾ ਸੋਵੋ, ਕਿਉਂਕਿ ਇਹ ਤੁਹਾਡੇ ਹਿੱਸੇਦਾਰੀ ਹੈ। ਵੱਧ ਖਾਵਾਂਗੇ, ਵੱਧ ਸੋਵਾਂਗੇ, ਵੱਧ ਉਸ ਚੀਜ਼ ਨੂੰ ਮਾਣਾਂਗੇ, ਫਿਰ ਛੇਤੀ ਆਖਰਕਾਰ ਜਿਹੜੀ ਹੈ ਇੱਥੋਂ ਚਾਲੇ ਪਾਉਣ ਵਾਲੀ ਬਾਤ ਬਣ ਆਵੇਗੀ। ਮਹਾਰਾਜ ਵੀ ਜ਼ਿਕਰ ਕਰਦੇ ਨੇ ਇਹ ਮਦਰ ਨੇਚਰ ਦਾ ਬਣਾਇਆ ਹੋਇਆ ਸਾਰਾ ਸੰਸਾਰ ਹੈ, ਇਹਦੇ 'ਚ ਆਪਣੇ ਹਿੱਸੇ ਦਾ ਯੂਜ਼ ਕਰੋ। ਜਿਹੜੀ ਪੀੜ੍ਹੀ 'ਚੋਂ ਅਸੀਂ ਹੁਣ ਗੁਜ਼ਰ ਰਹੇ ਹਾਂ ਨਾ, ਅਸੀਂ ਆਉਣ ਵਾਲੀਆਂ 5-6 ਪੁਸ਼ਤਾਂ ਦਾ ਇੱਕੋ ਸਾਵੇਂ ਖਾ ਜਾਣਾ। ਜਿੰਨਾ 5 ਪੁਸ਼ਤਾਂ ਨੇ ਖਾਣਾ ਸੀਗਾ, ਤੇਲ, ਪੈਟਰੋਲ, ਹੋਰ ਚੀਜ਼ਾਂ, ਉਹ ਅਸੀਂ ਇਹ 5-7-10 ਜਿਹੜਾ ਹੈ ਦਹਾਕਿਆਂ 'ਚ ਸਭ ਖਾ ਜਾਣਾ। ਉਹਨਾਂ ਨੇ ਫਿਰ ਬਾਅਦ 'ਚ ਕਹਿਣਾ ਪਿਆ ਕਿ ਬਣ ਗਿਆ। ਇੱਕ ਹੋਰ ਰੰਗ ਦੇਖੋ, ਜਿੰਨਾ ਅਸੀਂ ਕੈਨੇਡਾ ਅਮਰੀਕਾ 'ਚ ਰਹਿ ਕੇ ਚੀਜ਼ਾਂ ਨੂੰ ਮਾਣਦੇ ਹਾਂ, ਦੇਖੋ ਬਿਜਲੀ ਸਵੇਰ 24 ਘੰਟੇ ਚੱਲ ਰਹੀ ਹੈ, ਸਾਰੀ ਚੀਜ਼ ਜੇ ਪੂਰੀ ਦੁਨੀਆ ਨੂੰ ਇਸੇ ਤਰ੍ਹਾਂ ਪ੍ਰੋਵਾਈਡ ਕਰਨਾ ਪੈ ਜੇ 24 ਆਵਰ ਬਿਜਲੀ, ਹਰ ਵਕਤ ਪਾਣੀ ਦੀ ਸਪਲਾਈ, ਫੂਡ ਦੀਆਂ ਪੈਂਟਰੀਜ਼ ਭਰੀਆਂ, ਫ੍ਰਿਜਸ ਭਰੀਆਂ ਸਾਰੀਆਂ, ਕੋਈ ਸਾਨੂੰ ਪਤਾ 4 ਧਰਤੀਆਂ ਹੋਰ ਚਾਹੀਦੀਆਂ ਨੇ। ਅਨਫੋਰਚੂਨੇਟਲੀ ਹੈ ਇੱਕ ਹੀ ਸਾਡੇ ਕੋਲ, ਇਸ ਕਰਕੇ ਕਹੇਗਾ ਸੰਕੋਚ ਕੇ ਖਾਓ। ਬੰਦਾ ਕਹਿੰਦਾ ਮੈਂ ਕਮਾਣਾ ਕਾਹਦੇ ਵਾਸਤੇ, ਖਾਣਾ ਨਹੀਂ ਤੇ ਜੇ ਚੀਜ਼ਾਂ ਨਹੀਂ ਲੈਣੀਆਂ, ਉਡਾਣਾ ਨਹੀਂ, ਤੇ ਫਿਰ ਕਾਹਦੇ ਵਾਸਤੇ ਕਰਨਾ ਹੈ? ਆਹ ਕਾਹਦੇ ਵਾਸਤੇ ਲੱਭੀਏ ਵੀ ਕਾਹਦੇ ਵਾਸਤੇ ਹੈ? ਫਿਰ ਇੱਥੇ ਖਾ ਕੇ ਖੁਸ਼ੀ ਨਹੀਂ, ਚੰਗਾ ਕਰਕੇ ਖੁਸ਼ੀ ਆਏਗੀ, ਭਲੇ ਦੇ ਕਾਰਜ ਹੋਣਗੇ, ਜੀਵਨ ਚੰਗੇਰੇ ਪਾਸੇ ਲੱਗੇਗਾ, ਉੱਚੇ ਅਮਲਾਂ ਦੀ ਤਸਦੀਕੀਅਤ ਹੋਏਗੀ, ਵਾਸ਼ਨਾਵਾਂ ਕੱਟਣਗੀਆਂ, ਇਹ ਅਲਾਮਤ ਕੱਟੇਗੀ। ਇਹ ਧਰਮ ਹੈ। ਧਰਮ ਨਾਮ ਸਿਰਫ ਤੇ ਸਿਰਫ ਨਿਜ ਪ੍ਰਸਤੀ ਦੇ ਵਿੱਚ ਆ ਕੇ ਬਰਬਾਦੀ ਦਾ ਨਾਂ ਨਹੀਂ ਹੈ। ਇੱਥੇ ਸਾਹਿਬ ਉਸ ਸਾਰੇ ਦਾ ਜ਼ਿਕਰ ਕਰਦੇ ਨੇ, ਕਹਿਣ ਲੱਗੇ ਕਿ ਉਸ ਤੇ ਬਿਨ ਕਹੋ ਕਿਛੁ ਹੋਏ, ਕੁਝ ਵੀ ਤੋਂ ਬਾਹਰ ਗੁਰੂ ਮਹਾਰਾਜ ਨੂੰ ਤੁਸੀਂ ਉਸ ਤੇ ਬਿਨ ਕਹੋ ਕਿਛੁ ਹੋਏ। ਇੱਕ ਸਾਖੀ ਹੁੰਦੀ ਹੈ, ਮੈਂ ਪਹਿਲੇ ਬੇਨਤੀ ਕੀਤੀ, ਥੋੜਾ ਗਹਿਰਾ ਬਚਣਾ ਹੈ, ਇਹ ਕਾਵ ਰੂਪ ਹੈ, ਇਹਨੂੰ ਤੁਹਾਨੂੰ ਆਪ ਚੀਜ਼ਾਂ ਦੇ ਨਾਲ ਜਿਹੜਾ ਹੈ ਸਮਝਣ ਵਾਸਤੇ ਉਸ ਤਰੀਕੇ ਨਾਲ ਐਗਜ਼ਾਮਪਲ ਕਰਨਾ ਪੈਣਾ। ਹੋਈ ਬਾਤ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਕੋਈ ਨਾ ਸਿੱਖ ਖੀਰ ਬਣਾ ਕੇ ਲਿਆਇਆ, ਤੇ ਉਹ ਜਦੋਂ ਖੀਰ ਬਣਾ ਕੇ ਲਿਆਇਆ ਤੇ ਰਸਤੇ 'ਚ ਕੋਈ ਸਿੱਖ ਮਿਲਿਆ, ਕੋਈ ਲੋੜਵੰਦ ਮਨੁੱਖ ਮਿਲਿਆ ਹੋਣਾ, ਉਹ ਤੋਂ ਕੋਲੋਂ ਦੀ ਲੰਘਿਆ, ਖੁਸ਼ਬੂ ਬੜੀ ਆਈ, ਅਰੋਮਾ ਆਇਆ ਉਹਦਾ, ਬੜੀ ਵਾਸ਼ਨਾ ਆਈ, ਤੇ ਉਹਨੂੰ ਕਹਿੰਦਾ ਵੀ ਸੱਜਣਾ ਤੇਰੇ ਕੋਲ ਲੱਗਦਾ ਖੀਰ ਹੈ? ਕਹਿਣ ਲੱਗਾ ਹੈ, ਗੁਰੂ ਸਾਹਿਬ ਵਾਸਤੇ ਲੈ ਕੇ ਚੱਲਦਾ। ਕਹਿਣ ਲੱਗਾ ਥੋੜੀ ਮੈਨੂੰ ਚਿਕਾ, ਬੜੀ ਭੁੱਖ ਲੱਗੀ ਹੈ। ਉਹ ਕਹਿੰਦਾ ਬਿਲਕੁਲ ਤੈਨੂੰ ਬਿਲਕੁਲ ਨਹੀਂ ਦੇਣੀ ਕਿਸੇ ਕੀਮਤ ਨਹੀਂ, ਗੁਰੂ ਸਾਹਿਬ ਵਾਸਤੇ ਲੈ ਕੇ ਜਾ ਰਿਹਾ। ਲੈ ਗਿਆ, ਗੁਰੂ ਮਹਾਰਾਜ ਦੇ ਕੋਲ ਜਾ ਕੇ ਰੱਖੀ, ਤੇ ਗੁਰੂ ਮਹਾਰਾਜ ਨੂੰ ਜਾ ਕੇ ਕਹਿੰਦਾ ਵੀ ਪਾਤਸ਼ਾਹ ਤੁਸੀਂ ਛਕੋ। ਮਹਾਰਾਜ ਕਹਿੰਦੇ ਤੈਨੂੰ ਕਿਹਾ ਸੀ ਛਕਾਉਣ ਵਾਸਤੇ, ਛਕਾਈ ਨਹੀਂ ਤੂੰ? ਕਹਿਣ ਲੱਗਾ ਜੀ ਤੁਸੀਂ ਤੇ ਕਿਹਾ ਹੀ ਨਹੀਂ, ਮੁਲਾਕਾਤ ਹੀ ਹੋਣੀ। ਸਭ ਕਹਿੰਦੇ ਤੇਰੇ ਵੇਖਣ ਦਾ ਰੂਪ ਐਸਾ ਸੀ, ਆਪਾਂ ਤੇ ਮੰਗੀ ਸੀ ਤੇਰੇ ਤੋਂ, ਤੂੰ ਦਿੱਤੀ ਨਹੀਂ। ਕਹਿਣ ਲੱਗਾ ਜੀ ਬਿਲਕੁਲ ਨਹੀਂ, ਝੂਠ ਗੱਲ ਹੈ, ਮੈਨੂੰ ਬਿਲਕੁਲ ਨਹੀਂ ਕਿਹਾ। ਮਹਾਰਾਜ ਨੇ ਜਦੋਂ ਫਲਾ ਬੰਦੇ ਨੇ ਕਿਹਾ ਸੀ ਤੈਨੂੰ, ਕਹਿਣ ਲੱਗਾ ਜੀ ਉਹ ਤੇ ਉਸੀ ਗੱਲ। ਸਭ ਕਹਿੰਦੇ ਬਸ ਆਹੀ ਦਾ ਫਰਕ ਪੈ ਗਿਆ। ਇਹ ਹੈ ਇੱਥੇ ਜ਼ਿਕਰ ਆਇਆ, ਗੁਰੂ ਸਾਹਿਬ ਕਹਿੰਦੇ ਉਸ ਤੇ ਭਿੰਨ ਕਹੋ ਕਿਛੁ ਹੋਏ, ਉਹ ਤੋਂ ਬਾਹਰ ਆ ਕੀ ਹੈ, ਸਭ ਕਾਸ ਦੇ ਵਿੱਚ ਵਿਦਵਾਨ ਹੈ। ਇਸ ਕਰਕੇ ਜ਼ਿਕਰ ਕੀਤਾ ਥਾਨ ਥਨੰਤਰ ਇੱਕ ਹੈ ਸੋਏ, ਉਹ ਇੱਕ ਹੀ ਥਾਨ ਥਨੰਤਰ ਚ ਰਵਿਆ ਹੋਇਆ ਹੈ। ਆਪਣੇ ਚਲਿਤ ਆਪ ਕਰਨਾ ਹੈ ਹਾਰ, ਉਹਦੇ ਆਪਣੇ ਚਲਿਤ ਨੇ, ਆਪਣੇ ਉਹਦੇ ਇਹ ਸਾਰੀ ਇੱਕ ਜਿਹੜੀ ਹੈ ਇੱਕ ਕੌਤਕਤਾਈ ਹੈ, ਇੱਕ ਰੰਗ ਹੈ। ਇਸ ਸਾਰੇ ਰੰਗ ਨੂੰ ਵੇਖ ਕੇ ਕਈ ਵਾਰੀ ਬੰਦਾ ਕਮਲਾ ਹੋ ਜਾਂਦਾ ਹੈ। ਜੋ ਸਾਹਿਬ ਜ਼ਿਕਰ ਕਰਦੇ ਨਾ, ਬਿਨ ਸ਼ਬਦ ਸਭ ਜਗ ਬੌਰਾਨ ਨੂੰ ਬਿਰਥਾ ਜਨਮ ਗਵਾਇਆ। ਬੌਰਾ ਹੋਇਆ ਬੰਦਾ ਫਿਰ ਧਰਮ ਦੀ ਵੀ ਸਹੀ ਪਰਿਭਾਸ਼ਾ ਨਹੀਂ ਦੇ ਪਾਉਂਦਾ, ਸਮਝ ਵੀ ਨਹੀਂ ਪਾਉਂਦਾ, ਡਾਈਜੈਸਟ ਵੀ ਨਹੀਂ ਕਰ ਪਾਉਂਦਾ। ਜਿਵੇਂ ਹੁਣ ਆਪਸ ਇਹ ਜਿਹੜੀ ਧਰਮ ਦੀ ਵਿਆਖਿਆ ਹੁਣ ਕਰ ਰਹੇ ਹਾਂ, ਮਾਫੀ ਮੰਗਾਂਗਾ, ਇਹਦੇ ਅਸੀਂ ਬਹੁਤੇ ਗਲਤ ਨਹੀਂ ਹੋਵਾਂਗੇ, ਮੈਂ ਵੀ ਨਹੀਂ ਹੋਵਾਂਗਾ।
मैनू धर्म के मायने ये लगते हैं भी कोई मेरे को आए करामाती गल्लां सुनाए, मैनू करामात करके सुनाए भी बस तू जी। 40 दिन उत्थे गया, 40 दिन बाद गुरु महाराज दरवाजे दे अगे खड़े थे। उन्होंने कहा बिल्ला जो तू कहना काम कर देना। महाराज कहते तू 40 दिन नहीं भावें 4 दिन ही आ, मैं बरकत देने लिए तैयार हाँ, पर तेरे बूहे ते नहीं आके खड़ा, तेरे विच वरतांगा। कि तू तैयार है अपने विच मैनू वर्तन देने वास्ते? आ चीज तू अपने अंदर बीज, मैनू मैं तेरे विचों ही पैदा होना है, मैं तेरे परिवार दे विच तेरे जियां दे विच आके वसना है। आ चीज सही सही रूप में समझ आती है। इत्थे गुरुदेव जिक्र करते हैं अपने चलत आप करना है हार, कौतक करे रंग अपार। बड़े किस्म के कौतक वरताउंदा है, रंग भी अपार ने। तुसीं अज दी एक न्यूज़ सुनी हो शायद मेन स्ट्रीम ते काफी छाई हुई सी, गड्डी जिहड़ी है ਉਹਦੇ ਚ ਜਿਹੜੀ ਹੈ ਪਾਣੀ ਚ ਡਿੱਗ ਗਈ ਤੇ ਫਲੋਟ ਕਰਦੀ ਸੀ, ਲੇਡੀ ਮਰ ਗਈ ਸੀ ਵਿੱਚ, ਤੇ ਉਹ ਪਿੱਛੋਂ ਕਿਸੇ ਨੇ ਦੇਖਿਆ ਗੱਡੀ 18 ਮਹੀਨੇ ਦੀ ਬੱਚੀ ਜਾਂਦੀ। ਇਹ ਕਰਤੱਵ ਹੋਇਆ ਬੰਦਾ ਇਹ ਕਹੇ ਕਿ ਇਸ ਰੂਪ ਦੇ ਵਿੱਚ ਮਤ ਜਾਣੇ ਅਸੀਂ ਕਈ ਵਾਰੀ ਵਿਪਤਾ ਤੋਂ ਮੁਸ਼ਕਲ ਤੋਂ ਭੱਜਦੇ ਹਾਂ। ਮਹਾਰਾਜ ਕਹਿੰਦੇ ਤੂੰ ਵੜਦਾ ਵਿੱਚ ਕੋਈ ਗੱਲ ਨਹੀਂ, ਰੱਖਣ ਵਾਲਾ ਕਰਤਾਰ ਹੈ, ਤੂੰ ਘਬਰਾ ਨਾ, ਤੂੰ ਆਪਣਾ ਰੋਲ ਪਾ ਪੂਰਾ। ਦੇਖ ਤੇਰੇ ਸਾਹਮਣੇ ਮੁਅੱਜ਼ਾ ਹੋ ਰਿਹਾ, ਤੇਰੇ ਸਾਹਮਣੇ ਏਡੀ ਵੱਡੀ ਕਰਾਮਾਤ ਹੋ ਰਹੀ, ਇਸ ਚੀਜ਼ ਨੂੰ ਅਹਿਸਾਸ ਆਪਣੇ ਇਹਨੂੰ ਤੂੰ ਉਸ ਤਰ੍ਹਾਂ ਨਾ ਲੈ ਕੇ ਜਾਈਂ ਕਿ ਮੈਂ ਸਭ ਕੁਝ ਛੱਡ ਕੇ ਆ ਕਰਨਾ। ਤੂੰ ਮੁਸ਼ਕਲ ਤਕਲੀਫ ਨੂੰ ਹੱਥ ਪਾ, ਮਾਲਕ ਆਪਣੇ ਆਪ ਬਰਕਤ ਕਰੇਗਾ। ਆਹ ਚੀਜ਼ ਸਾਨੂੰ ਇੱਥੇ ਸਿਖਾਈ ਗਈ ਹੈ। ਇੱਥੇ ਸਾਹਿਬ ਜ਼ਿਕਰ ਕਰਦੇ ਨੇ ਕੌਤਕ ਕਰੇ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹਿ, ਮਨ ਮੈਂ ਆਪ ਮਨ ਆਪਣੇ ਮਾਹਿ। ਜਿਹੜਾ ਕਹਿੰਦੇ ਨੇ ਮਨ ਹੀ ਖਰਾਬ ਕਰਦਾ ਸਾਰੀ ਦੁਨੀਆ। ਸਭ ਕਹਿੰਦੇ ਮਨ ਦੇ ਵਿੱਚ ਉਹ ਆਪ ਵਸਦਾ ਹੈ। ਮਨ ਆਪਣੇ ਮਾਹਿ, ਸਾਡੇ ਮਨ ਨੂੰ ਆਪਣੇ ਆਪ ਵਿੱਚ ਅਮਾ ਲੈਂਦਾ ਹੈ। ਮੁਰਾਦ ਇਹ ਹੈ जो असी सोचते हाँ चितवते हाँ साडा जहन है, जे मेरे जहन दे विच लालच है, लालसावां ने, माड़ापन है, तो रब जी बड़ा बेअंत है, उहदे कोल बड़ी खुल है। वो कहना कोई गल नहीं, तू हटा खुल, तू निजवाद में चला जा। उहदे विच फिर जो बंदा निजी रूप दे विच अपनी सोचां मुताबिक चलन लगदा, दुखी हुंदा है, वेदन करदा है, फिर वो सारे उत्ते रीजनिंग दिंदा कि रब जी ने एवें करता, महाराज ने देना। ये तेरे अपने मन दीयां लालसावां ने, जो तू चितविया वो तू प्राप्त कीता है। बात गहरी समुचे पदे दे विच मैं फिर च मुका देना, मुकामी सिर्फ एक लैंड दे विच एक कहानी है लिखी शायद किसी भारती हिंदी के लिखारी दी। वो होया कुछ इस तरह के उत्थे ना एक इतिहास दे विच 2-3 करैक्टर ने, एक काम ते नगाह, एक कल्प वृक्ष जिहदे थल्ले बैठ के जो कल्पोगे हो जाएगा, भाव कल्पना पूरी हो जाती है। एक कल्पना तो ही असल कल्पना कलेश बनया है। बात हुई है कि बिरख है तो उस बिरख के थल्ले एक बंदा राही शिकर दोपहरे तुरया जाता अपने घर नूं, ते किते दूरों आया सीगा तो उत्थे बैठ गया। जे घर भी दूर है, सफर बड़ा तय करना उसने, तो उहदे दौरान जदों उत्थे बैठदा है तो बैठण दे दौरान गर्मी बड़ी पै रही है, दोपहर छां बड़ी वधिया लगी है, कहंदे छां बड़ी आला है, काश किते थोड़ा पानी पीण नूं मिल जांदा, पानी किते नेड़े नजर नहीं पैंदा। अजे सोच ही रहा सीगा कि 2-3 ਜਿਹੜੀਆਂ ਨੇ ਬੜੀਆਂ ਖੂਬਸੂਰਤ ਅਪਸਰਾਵਾਂ ਹੱਥ ਦੇ ਵਿੱਚ ਪਾਣੀ ਦਾ ਜੱਗ ਲੈ ਕੇ ਹਾਜ਼ਰ ਹੋ ਗਈ। ਉਹਨੂੰ ਜਿਹੜਾ ਪਾਣੀ ਪਰੋਸ ਕੇ ਨਾਲ ਫੜਾ ਦਿੱਤਾ। ਉਹ ਕਹਿੰਦਾ ਕਮਾਲ ਹੋ ਗਈ, ਮੈਂ ਤਾਂ ਮੰਗਿਆ ਹੀ ਪਾਣੀ ਹੈ। ਜੇ ਕਿਤੇ ਸ਼ਰਬਤ ਮੰਗਦਾ, ਜੇ ਕਿਤੇ ਗੁਲਾਬ ਜਲ ਦੀ ਖੁਸ਼ਬੂ ਵਾਲਾ ਬਹੁਤ ਵਧੀਆ ਕੋ ਰਸਦਾਇਕ ਹੋਰ ਪੇਪ ਜਲ ਮੰਗ ਲੈਂਦਾ, ਉਹ ਮਿਲ ਜਾਣਾ ਸੀਗਾ। ਜੇ ਉਹ ਕਹਿ ਰਿਹਾ ਸੀਗਾ, ਇੱਕ ਉਸੇ ਵਕਤ ਸੁਰਾਹੀ ਲੈ ਕੇ ਹੋਰ ਹਾਜ਼ਰ ਹੋ ਕੇ ਬਿਲਕੁਲ ਜਿਹੜਾ ਮਿੱਠਾ ਸ਼ਰਬਤ। ਉਹ ਕਹਿੰਦਾ ਕੀ ਕਮਾਲ ਹੈ, ਕਾਸ਼ ਇਹ ਮਿੱਠਾ ਸ਼ਰਬਤ ਤੇ ਬੜਾ ਵਧੀਆ ਹੈ। ਜੇ ਕਿਤੇ ਐਸਾ ਬਣੇ ਕਿ ਇਹ ਮਨ ਦੀ ਕਲਪਨਾ, ਇਹ ਮਨ ਦੀ ਦੁਨੀਆ ਅਸਲ ਦੇ ਵਿੱਚ ਮਨ ਇਸੇ ਰੂਪ ਵਿੱਚ ਤੁਰਦਾ ਹੈ। ਕਾਸ਼ ਜੇ ਕਿਤੇ ਖਾਣਾ ਮਿਲ ਜਾਂਦਾ, ਅਜੇ ਕਹਿਣ ਦੀ ਦੇਰ ਸੀ, 36 ਪ੍ਰਕਾਰ ਦਾ ਭੋਜਨ ਲਾ ਕੇ ਥਾਲ ਆ ਜਾਵੇ, ਭੋਜਨ ਖਾ ਲਿਆ। ਭੋਜਨ ਖਾ ਕੇ ਲੰਮਾ ਪੈਣ ਲੱਗਾ, ਜ਼ਮੀਨ ਡਾਢੀ ਸੀ, ਕਹਿਣ ਲੱਗਾ ਵੀ ਜੇ ਕਿਤੇ ਪਹਿਲਾਂ ਪਤਾ ਹੁੰਦਾ ਤੇ ਇੱਥੇ ਕੋਈ ਨਾ ਕੋਈ ਚਾਦਰ ਵਗੈਰਾ ਵਿਛਾਉਂਦੇ, ਕੋਈ ਚੀਜ਼ ਕਰਦੇ। ਅਜੇ ਕਹਿ ਰਿਹਾ ਸੀਗਾ, ਬੜਾ ਸੋਹਣਾ ਗੱਦਾ ਲੱਗ ਗਿਆ, ਗੱਦੇ ਤੇ ਪੈ ਗਿਆ, ਪਿਆ ਰਿਹਾ, ਸੁੱਤਾ ਰਿਹਾ। ਕਰੀਬ ਅੱਧੇ ਘੰਟੇ ਬਾਅਦ ਅੱਖ ਖੁੱਲੀ ਸੁੱਤੇ ਨੂੰ ਤੇ ਅਹਿਸਾਸ ਆਇਆ ਕਿ ਓਏ ਕਿੱਥੇ ਪਿਆ ਤੂੰ? ਜੰਗਲ ਬਿਆਬਾਨ ਹੈ, ਨਾ ਕੋਈ ਆਲੇ ਦੁਆਲੇ ਬੰਦਾ ਹੈ। ਪਾਣੀ ਕਹਿੰਦਾ ਪਾਣੀ ਆ ਜਾਂਦਾ, ਸ਼ਰਬਤ ਕਹਿੰਦਾ ਸ਼ਰਬਤ ਦਾ, ਗੱਦਾ ਕਹਿੰਦਾ ਗੱਦਾ ਆ ਜਾਂਦਾ। ਆ ਕੀ ਬਣ ਗਿਆ? ਕਿਤੇ ਕਿਸੇ ਭੂਤ ਪ੍ਰੇਤ ਦਾ ਵਾਸਾ ਤਾਂ ਨਹੀਂ ਇਸ ਦਰਖਤ ਦੇ ਉੱਤੇ? ਭੂਤ ਨੇ ਚੱਲਣਾ ਪਿਆ, कोई कल्पना है उन राइट वे। जो चार चफेरे नचन लग गए, अंदर एकदम जहन च मन च ख्याल आ गया कि लगता है मेरी जान कट के रहणगे। उस वक्त हिक ते चढ़ गए, उन्होंने गल घोट दिता। आज सच्चाई ये मन की कल्पना है। इनू साहब ने कहा जे हा बीजा तू चितवनी ते ख्याल कर। बड़ा औखा टास्क है। बंदा कहते बड़ा ईजी, औखा बहुत है। रीजन ये है मन हर वक्त कल्प रहा है, वो कल्प रहा है जिहदे बारे इहनूं खुद पता नहीं की बनेगा।
इस करके साडे घर क्या गया, तू इत्थे आया कर, मत्था गुरु अगे रखा कर। मत्था प्रतीक इस गल दा मैनूं कुछ नहीं पता। इत्थे क्या गया, महाराज दे बचन ने साहब कहते इत्थे आकर तरला लिया जाए, तू समर्थ वड्डा मेरी मत थोड़ी राम। मालक मेरी मत अभोर बड़ी थोड़ी, मैनूं नहीं पता मैं चीज़ां नूं किवें मंगना, किवें समझना, किवें जानना है, ये तू ही बख्शिश कर। इत्थे साहब जिक्र करते हैं मन में आप मन अपने माह, इस समर्पण आ जाए किते नानक कीमत कहना ना जाए। हे नानक जो होएगा, महाराज कहते बियॉन्ड एक्सप्लेनेशन मैं नहीं एक्सप्लेन कर सकता। क्या गुरु नानक, क्या गुरु अर्जन साहब ने ये बचन कहा है। अगले पासे फिर सत की व्याख्या सारी जो साडा धर्म कर्म होना चाहिए है। इस अष्टपदी की समूची समाप्ति होती है। फुलां दत्तियां नाच तारे सप्रेम आवाज दे के कहना वाहिगुरू जी का खालसा वाहिगुरू जी की फतेह। रागी